खालसा जी चैनल ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। बारगाहे इनायत के मालक कलयुगी जीवों के उद्धार करता साहिबे सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत गुरुदेव जी दी महान इनायत दा सदका साडे सारियां दे सिर ते मेहरमतमई रखे हत्थ दा सदका जीवन दा अज दा दिन भी प्राप्त होया और इस नवे दिन दी जो नवे जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे पावन चरण कमलों की खाक दे नाम करना नसीब होया। सतगुरु जी की मेहर सदका सोदर चौंकी दे कीर्तन हर कीरत हमरी रह रास आरती अरदास ते फिर सदाए खास गुरुदेव जी दे मुबारक हुक्मनामे गुरपूरे मेरी राख लई अमृत नाम हृदय में दीना जन्म जन्म की मैल गई। गुरुदेव जी दे महान बचन झोली च पवाए हन। कुछ समा होर मेरियां पीरियां दे दाते गुरु हरगोबिंद साहिब जी दे पावन जीवन वृतांत अमृत जीवन कथड़ियां गुरु इतिहास विचार राही गुरु दीदार दी प्राप्ति हो सके। एकाग्रता अदब ते आनंद दी दात झोली च पै सके। इसलिए जितने माता भ्राता हाजरीन हाजरी पर रहे हो बेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गल वकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना प्रेम सहित आपने सरवण किया कि गुरुदेव पातशाह जी दे महल माता मरवाही जी का मन कुछ धीरज विच आया। गुरुदेव जी दे बचन सुन के उन्होंने भरोसा बनया नेफल बाक ना इनको होए ये विश्वास सदा मन पोए कि सतगुरु जी दे रसना तो जो बोल निकले हैं वो सदा ही सफल हैं निष्फल नहीं होंदे। अगली विचार सरवण करिए पेशतर अपनी रसना ते महाराज जी दे चरण पवाउंदियां होया आखो धन गुरु हरगोबिंद साहिब जी महाराज। एक बारी फिर सारे आखो जी
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਦੋਹਰਾ ਇਮ ਮਰਵਾਹੀ ਧੀਰ ਕੁਛ ਰਹੀ ਪਾਏ ਘਰ ਮਾਹੇ। ਇਸ ਤਰ੍ਹਾਂ ਮਾਤਾ ਮਰਵਾਹੀ ਜੀ, ਮਾਤਾ ਮਹਾਦੇਵੀ ਜੀ ਗੁਰੂ ਬਚਨਾਂ ਤੇ ਭਰੋਸਾ ਕਰਦਿਆਂ ਆਪਣੇ ਘਰ ਵਿੱਚ ਟਿਕੇ ਹਨ। ਤਵ ਅਦਿਕ ਚਿੰਤਾ ਹਿਰਦੈ ਜਰੀ ਜਾਤ ਸੋ ਨਾਹੇ। ਫਿਰ ਵੀ ਮਨ ਵਿੱਚ ਚਿੰਤਾ ਹੈ, ਜਿਸ ਚਿੰਤਾ ਨੂੰ ਬਰਦਾਸ਼ਤ ਕਰਨਾ ਸਹਿਣਾ ਔਖਾ ਹੈ। ਚੌਪਈ ਪੂਰਬ ਸੂਰਤ ਵਿਪਰੈ ਹੋਵਾ। ਮਨ ਵਿੱਚ ਉਦਾਸ ਨੇ ਬਈ ਸਾਰੀ ਗੱਲ ਉਲਟ ਹੋਈ ਹੈ। ਛੂਛਾ ਆਪਨ ਪੁੱਤਰ ਕੋ ਜੋਵਾ। ਮੇਰਾ ਪੁੱਤਰ ਸੂਰਜ ਮਲ ਗੁਰਤਾ ਗੱਦੀ ਤੋਂ ਵਾਂਝੇ ਰਹਿ ਗਏ ਹਨ। ਗੁਰਤਾ ਲਹੀ ਸਰੀਕ ਵਿਚਾਰੈ। ਸਾਡੇ ਸ਼ਰੀਕਾਂ ਨੂੰ ਗੁਰਤਾ ਪਦਵੀ ਮਿਲ ਗਈ ਹੈ। ਮੈਂ ਅਰਜ਼ ਕਰਾਂ, ਬਾਕੀ ਦੇ ਇਤਿਹਾਸਕ ਗ੍ਰੰਥਾਂ 'ਚ ਮਾਤਾਵਾਂ ਦੀ ਚਿੰਤਾ ਦਾ ਕੋਈ ਜ਼ਿਕਰ ਨਹੀਂ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜਿਸ ਤਰ੍ਹਾਂ ਉਹਨਾਂ ਨੂੰ ਹਾਲਾਤ ਪ੍ਰਾਪਤ ਹੋਏ, ਹਵਾਲ ਪ੍ਰਾਪਤ ਹੋਏ, ਉਹਨਾਂ ਨੇ ਲਿਖਿਆ ਹੈ। ਪਰ ਅਸਲ ਵਿੱਚ ਇਹ ਸਾਡੇ ਆਮ ਕਲਯੁਗੀ ਜੀਵਾਂ ਦੇ ਮਨ ਦੀ ਸਥਿਤੀ ਹੈ। ਭਾਵੇਂ ਸਤਿਗੁਰੂ ਜੀ ਹਾਜ਼ਰ ਨਾਜ਼ਰ ਬਿਰਾਜਮਾਨ ਨੇ, ਸਾਮਰ ਤੱਕ ਪ੍ਰਤੱਖ ਮੌਜੂਦ ਨੇ, ਪਰ ਫਿਰ ਵੀ ਸਾਡਾ ਮਨ ਜਿਹੜਾ ਹੈ ਨਾ ਡੋਲਦਾ ਰਹਿੰਦਾ ਹੈ। ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ ਨੇ ਕਿ ਪਤਾ ਨਹੀਂ ਇਹ ਕੰਮ ਮੇਰਾ ਗੁਰੂ ਨੇ ਕਰਨਾ ਹੈ ਕਿ ਨਹੀਂ ਕਰਨਾ, ਗੁਰੂ ਨੇ ਮੇਰੀ ਸਹਾਇਤਾ ਕਰਨੀ ਹੈ ਕਿ ਨਹੀਂ ਕਰਨੀ। ਕਿਉਂਕਿ ਮਨ ਦਾ ਸੁਭਾਅ ਹੀ ਹੈ, ਮਨ ਦੀ ਜ਼ਿੰਦਗੀ ਹੈ ਇਸ ਤਰ੍ਹਾਂ ਦੇ ਫੁਰਨੇ ਪੈਦਾ ਕਰਦੇ ਰਹਿਣਾ। ਜਿਵੇਂ ਸਵਾਸ ਚੱਲਦੇ ਰਹਿਣ ਤੇ ਸਾਡੇ ਸਰੀਰ ਦੀ ਜ਼ਿੰਦਗੀ ਹੈ, ਇਸ ਤਰ੍ਹਾਂ ਫੁਰਨੇ ਚੱਲਦੇ ਰਹਿਣ ਤੇ ਤਾਂ ਮਨ ਜ਼ਿੰਦਾ ਰਹਿੰਦਾ ਹੈ। ਜੇ ਫੁਰਨੇ ਮੁੱਕ ਜਾਣ, ਅਫੁਰ ਅਵਸਥਾ ਹੋਵੇ, ਇਹ ਮਨ ਦੀ ਮੌਤ ਹੋ ਜਾਂਦੀ। ਇਹ ਸਾਡੇ ਆਮ ਲੋਕਾਂ ਦੇ ਮਨ ਦੀ ਹਾਲਤ ਨੂੰ ਭਾਈ ਸਾਹਿਬ ਜੀ ਨੇ ਜੋ ਹਵਾਲ ਪ੍ਰਾਪਤ ਹੋਏ ਸਨ ਉਹਨਾਂ ਨਾਲ ਮਿਲਾ ਕੇ ਲਿਖਿਆ ਹੈ। ਹਮ ਨਿਰਬਲ ਹੋਏ ਸੋ ਬਲ ਧਾਰੈ। ਅਸੀਂ ਤਾਂ ਨਿਰਬਲ ਹੋ ਗਏ ਤੇ ਸ਼ਰੀਕ ਬਲਵਾਨ ਹੋ ਗਏ। ਕੰਤ ਸਰੀਰ ਕਿਤਕ ਦਿਨ ਕੇਰਾ। ਹੁਣ ਆਪ ਜੀ ਦਾ ਸਰੀਰ ਵੀ ਥੋੜੇ ਦਿਨ ਦਾ ਹੈ, ਜਿਵੇਂ ਆਪ ਨੇ ਫਰਮਾਇਆ ਹੈ। ਵਧਹਿ ਉਤਾਇਰ ਪੀਛੈ ਢੇਰਾ। ਤੇ ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਝਗੜਾ ਵੱਧ ਜਾਏਗਾ। ਮੈਂ ਅਰਜ਼ ਕਰਾਂ, ਇਹ ਗੱਲ ਵੀ ਠੀਕ ਹੈਗੀ ਹੈ। ਜਿਸ ਜ਼ਿੰਦਗੀ ਚੋਂ ਗੁਰੂ ਨਿਕਲ ਜਾਵੇ, ਗੁਰੂ ਦਾ ਚਲੇ ਜਾਣਾ, ਨਿਤਨੇਮ ਦਾ ਚਲੇ ਜਾਣਾ ਹੈ, ਸ਼ੁਭ ਵਿਚਾਰਾਂ ਦਾ ਚਲੇ ਜਾਣਾ ਹੈ, ਸਿਮਰਨ ਦਾ ਚਲੇ ਜਾਣਾ ਹੈ। ਗੁਰੂ ਕਿਹਨਾਂ ਦੀ ਜ਼ਿੰਦਗੀ ਚੋਂ ਵਿਦਾ ਹੋ ਗਿਆ? ਜਿਨ੍ਹਾਂ ਦੀ ਜ਼ਿੰਦਗੀ ਚੋਂ ਅੰਮ੍ਰਿਤ ਵੇਲਾ ਵਿਦਾ ਹੋ ਗਿਆ। ਗੁਰੂ ਕੋਲੋਂ ਦੂਰ ਹੋ ਗਏ, ਜਿਹੜੇ ਨਿਤਨੇਮ ਤੋਂ ਦੂਰ ਹੋ ਗਏ, ਗੁਰੂ ਦੀ ਬਖਸ਼ੀ ਹੋਈ ਰਹਿਤ ਮਰਿਆਦਾ ਤੋਂ ਦੂਰ ਹੋ ਗਏ, ਸਤ ਸੰਗਤ ਤੋਂ, ਸਿਮਰਨ ਤੋਂ, ਸੇਵਾ ਤੋਂ ਦੂਰ ਹੋ ਗਏ, ਉਹ ਗੁਰੂ ਤੋਂ ਦੂਰ ਹੋ ਗਏ। ਤੇ ਜਿਹੜੇ ਗੁਰੂ ਤੋਂ ਦੂਰ ਹੋ ਜਾਣ, ਉਹਨਾਂ ਦੀ ਜ਼ਿੰਦਗੀ 'ਚ ਫਿਰ ਝਗੜੇ ਮੁਫਾਦ ਹੀ ਰਹਿ ਜਾਂਦੇ ਹਨ। ਨਿਸ ਦਿਨ ਗਿਨ ਹੈ ਗਰੀ ਇਤਿਆਤ। ਇਸ ਤਰ੍ਹਾਂ ਫਿਰ ਦਿਨ ਰਾਤ ਐਸਾ ਮਨੁੱਖ ਚਿੰਤਾ ਵਿੱਚ ਰਹਿੰਦਾ ਹੈ। ਸੋਚਤ ਸੋਚਣ ਹੋਏ ਬਿਸਮਾਦ। ਸੋਚ ਸੋਚ ਕੇ ਮਨ ਹੈਰਾਨ ਹੋ ਜਾਂਦਾ ਹੈ, ਬਈ ਅੱਗੇ ਕਿਵੇਂ ਹੋਵੇਗਾ। ਕਹਾਂ ਹੁਦੀ ਅਬ ਕਿਆ ਹੋਏ ਜਾਹਿ। ਪਹਿਲਾਂ ਕਿਤਨਾ ਮਹਾਨ ਜੀਵਨ ਸੀ, ਸਾਰੀਆਂ ਖੁਸ਼ੀਆਂ ਖੇੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੌਜੂਦਗੀ ਵਿੱਚ ਮਿਲਦੇ ਰਹੇ, ਤੇ ਹੁਣ ਕੀ ਦੇ ਕੀ ਹੋ ਜਾਵਾਂਗੇ। ਵਾਕਈ ਇਹ ਗੱਲ ਠੀਕ ਹੈ ਸਾਧ ਸੰਗਤ, ਗੁਰੂ ਤੋਂ ਜੇ ਦੂਰੀ ਬਣ ਜਾਏ ਤੇ ਫਿਰ ਰਾਜਾ ਵੀ ਰੰਕ ਵਰਗਾ ਹੋ ਜਾਂਦਾ।
ਮਹਾਨ ਧੰਨਵਾਦ ਮਾਲਾ ਮਾਲ ਹੋਇਆ, ਮਨੁੱਖ ਕੰਗਾਲ ਹੋ ਜਾਂਦਾ ਹੈ ਔਰ ਸਭ ਕੁਝ ਉਸ ਦਾ ਮਿਟ ਜਾਂਦਾ ਹੈ। ਕੰਤ ਪ੍ਰਭੂ ਬਿਨ ਕਿਮ ਸੁਖ ਹੈ। ਦੇਖੋ ਖੁਲਾਸਾ ਵੀ ਹੋ ਗਿਆ ਬਈ ਮਾਲਕ ਪ੍ਰਭੂ ਕੰਤ ਸੁਆਮੀ ਤੋਂ ਬਿਨਾ ਕਿਵੇਂ ਕੋਈ ਸੁਖੀ ਰਹਿ ਸਕਦਾ ਹੈ। ਇਤਿਆਦਿਕ ਬਿਰਤਾਂਤ ਮਰਵਾਹੀ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਹਿਰਦੇ ਵਿੱਚ ਮਾਤਾ ਮਹਾਦੇਵੀ ਜੀ ਦੇ ਸੁਨੋ ਨਾਨਕੀ ਜਿਮ ਚਿਤ ਚਾਹੀ। ਅਗਲੀ ਗੱਲ ਭਾਈ ਸਾਹਿਬ ਲਿਖਦੇ ਨੇ ਬਈ ਫਿਰ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਨਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੀ ਮਾਤਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ, ਉਹਨਾਂ ਦੇ ਮਨ ਵਿੱਚ ਕੀ ਆ ਰਿਹਾ ਹੈ। ਹਾਂਜੀ, ਅਤ ਚਿੰਤਾ ਤਰ ਭਈ ਵਿਚਾਰੀ। ਭਾਈ ਸਾਹਿਬ ਲਿਖਦੇ ਨੇ ਕਿ ਉਹਨਾਂ ਦਾ ਹਿਰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੈ ਕੇ ਬੜਾ ਚਿੰਤਾ ਨਾਲ ਭਰਿਆ। ਓਚਕ ਕਹਾ ਕੰਤ ਕ੍ਰਿਤਕਾਰੀ। ਬਈ ਅਚਿੰਤੇ ਹੀ ਅਚਾਨਕ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਕੀ ਖੇਡ ਵਰਤਾਈ ਹੈ। ਪੁੱਤਰ ਗਰੀਬ ਨ ਜਾਣੈ ਕਾਊ। ਮੇਰਾ ਪੁੱਤਰ ਸ੍ਰੀ ਤੇਗ ਬਹਾਦਰ ਤਾਂ ਬਹੁਤ ਨਿਮਾਣੇ ਸੁਭਾਅ ਦਾ ਹੈ ਤੇ ਕਿਸੇ ਨਾਲ ਕੋਈ ਜਾਣ ਪਛਾਣ ਨਹੀਂ, ਕੋਈ ਧੜੇਬਾਜ਼ੀ ਨਹੀਂ, ਕੋਈ ਮਸੰਦਾਂ ਨਾਲ ਨੇੜਤਾ ਨਹੀਂ, ਕੋਈ ਹੋਰ ਚੋਟੀ ਦੇ ਸਿੱਖਾਂ ਨਾਲ ਕੋਈ ਨੇੜਤਾ ਨਹੀਂ ਹੈਗੀ। ਇਹ ਨਾਮ ਵਿੱਚ ਹੀ ਜੁੜੇ ਰਹਿੰਦੇ ਹਨ। ਸਦਾ ਮਸਤ ਜਿਮ ਸਰਲ ਸੁਭਾਉ। ਤੇ ਸਦਾ ਨਾਮ ਵਿੱਚ ਮਸਤ ਰਹਿੰਦੇ ਨੇ ਤੇ ਸੁਭਾਅ ਦੇ ਬੜੇ ਸਰਲ ਨੇ, ਕੋਈ ਗੱਲ ਛੁਪਾ ਨਹੀਂ ਸਕਦੇ। ਜੋ ਕੁਝ ਹੁੰਦਾ ਹੈ ਉਹ ਝਟਪਟ ਸਾਂਝਾ ਕਰ ਲੈਂਦੇ ਹਨ। ਜਗ ਕੇ ਚਤੁਰਾਈ ਵਿਵਹਾਰੇ। ਸੰਸਾਰ ਦੀਆਂ ਚਤੁਰਾਈਆਂ, ਸੰਸਾਰ ਦਾ ਚਲਾਕੀ ਭਰਿਆ ਵਿਵਹਾਰ ਕਬ ਨਾ ਆਜ ਲਗ ਅੰਗੀਕਾਰੇ। ਇਹਨਾਂ ਨੇ ਅੱਜ ਤੱਕ ਇਹ ਅਪਣਾਇਆ ਹੀ ਨਹੀਂ ਹੈ। ਜਗ ਕੇ ਮੇਲ ਨਾ ਨਾਨਾ। ਜਗ ਕੇ ਮੇਲ ਨਾ ਕਾਹੂ ਠਾਨਾ। ਜਗਤ ਨਾਲ ਵੀ ਕੋਈ ਮੇਲ ਇਹਨਾਂ ਨੇ ਨਹੀਂ ਰੱਖਿਆ। ਜਗ ਕੇ ਚਤੁਰਾਈ ਵਿਵਹਾਰੇ। ਜਗਤ ਦੀ ਕੋਈ ਚਤੁਰਾਈ ਆਦਕ ਕਿਸ ਮਸੰਦ ਸੋ ਮੇਲ ਨਾ ਠਾਨਾ। ਕਿਸ ਮਸੰਦ ਸੋ ਮੇਲ ਨ ਠਾਨਾ। ਕਿਸੇ ਮਸੰਦ ਨਾਲ, ਕਿਸੇ ਬਹੁਤੀ ਜਾਣ ਪਛਾਣ ਵਾਲੇ ਨਾਲ ਇਹਨਾਂ ਨੇ ਮੇਲ ਵੀ ਨਹੀਂ ਕੋਈ ਖਾਸ ਰੱਖਿਆ ਹੋਇਆ। ਆਵਤ ਦਰਬ ਜਿਨਹੂ ਨੇ ਕੇ ਪਾਨਾ। ਔਰ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਦੇ ਕੋਲੋਂ ਕੋਈ ਧਨ ਆਦਕ ਮਿਲੇ। ਸਿੱਖ ਸੰਗਤ ਕੋ ਜਾਣਹਿ ਭੇਵ। ਸਾਰੀਆਂ ਸਿੱਖ ਸੰਗਤਾਂ ਇਹਨਾਂ ਦੇ ਹਿਰਦੇ ਦੇ ਭੇਵ ਨੂੰ, ਮਰਮ ਨੂੰ ਨਹੀਂ ਜਾਣਦੀਆਂ। ਮਸਤਕ ਟੇਕ ਹੈ ਸਮ ਗੁਰਦੇਵ। ਆਮ ਸੰਗਤਾਂ ਵਾਂਗੂ ਹੀ ਸਤਿਗੁਰੂ ਜੀ ਨੂੰ ਇਹ ਮੱਥਾ ਟੇਕਦੇ ਨੇ ਤੇ ਸੰਗਤਾਂ ਵੀ ਇਹਨਾਂ ਨੂੰ ਗੁਰੂ ਵਾਂਗੂ ਹੀ ਮੱਥਾ ਟੇਕਦੀਆਂ ਹਨ। ਨਾਹਿ ਤਾਂ ਇਕਾਕੀ, ਨਾਹਿ ਤਾਂ ਇਕਾਕੀ ਬਹੁ ਵੈਸੇ। ਨਾਹੀਂ ਤਾਂ ਇਕਾਕੀ ਬਹੁ ਬੈਸੇ। ਨਹੀਂ ਤਾਂ ਆਮ ਕਰਕੇ ਇਹ ਇਕਾਂਤ ਵਿੱਚ ਹੀ ਬੈਠੇ ਰਹਿੰਦੇ ਹਨ। ਨਹਿ ਜਾਣਹਿ ਕਰ ਕੀ ਕ੍ਰਿਤ ਕੈਸੇ। ਔਰ ਇਹਨਾਂ ਨੂੰ ਨਹੀਂ ਪਤਾ ਵੀ ਘਰ ਦਾ ਕਾਰ ਵਿਹਾਰ ਕਿਵੇਂ ਚੱਲਦਾ ਹੈ। ਇਤਿਆਦਿਕ ਬਹੋਰੀ ਦੇ ਵਿਚਾਰ। ਧੰਨ ਧੰਨ ਮਾਤ ਨਾਨਕੀ ਜੀ ਇਤਿਆਦਿਕ ਬਹੁਤ ਮਨ ਵਿੱਚ ਵਿਚਾਰ ਕਰਦੇ ਨੇ। ਸਾਧ ਸੰਗਤ ਮਾਂ ਦਾ ਸੁਭਾਅ ਹੀ ਇਹੋ ਜਿਹਾ ਹੈ, ਉਹ ਆਪ ਨਾ ਖਾਵੇ ਤਾਂ ਸਰ ਜਾਂਦਾ ਹੈ, ਪਰ ਜੇ ਪੁੱਤਰ ਨੂੰ ਉਸ ਨੂੰ ਕੋਈ ਸ਼ੰਕਾ ਬਣ ਜਾਏ ਬਈ ਭੋਜਨ ਨਹੀਂ ਕੀਤਾ ਤੇ ਤੜਪਣ ਲੱਗ ਪੈਂਦੀ। ਭਾਵੇਂ ਮਾਂ ਹਜ਼ਾਰਾਂ ਮੀਲਾਂ ਤੇ ਦੂਰ ਬੈਠੀ ਹੋਵੇ, ਉਹਨੂੰ ਕੋਈ ਐਵੇਂ ਵੀ ਕਹਿ ਦੇਵੇ ਕਿ ਪੁੱਤਰ ਨੇ ਭੋਜਨ ਨਹੀਂ ਕੀਤਾ ਤੇ ਸਾਰੀ ਰਾਤ ਉਹਨੂੰ ਨਿੰਦਰਾ ਨਹੀਂ ਪੈਂਦੀ। ਮਮਤਾ ਨਾਲ ਹਿਰਦਾ ਭਰਿਆ ਹੁੰਦਾ ਹੈ। ਇਸ ਕਰਕੇ ਇਹ ਸੁਭਾਵਕ ਜਿਹੀ ਵਿਚਾਰ ਭਾਈ ਸਾਹਿਬ ਲਿਖ ਰਹੇ ਹਨ। ਗੁਰ ਆਵਹਿ ਜਬ ਕਰਨ ਆਹਾਰ। ਫਿਰ ਮਨ ਵਿੱਚ ਸੋਚਦੇ ਨੇ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਭੋਜਨ ਕਰਨ ਵਾਸਤੇ ਆਉਂਦੇ ਹਨ, ਬੈਠੈ ਤਬ ਸਮੀਪ ਸੋ ਆਏ। ਤੇ ਨੇੜੇ ਆ ਕੇ ਬੈਠ ਜਾਂਦੇ ਹਨ। ਚਿਤ ਕੋ ਸੰਕਟ ਦੇਤ ਸੁਨਾਏ। ਜਿਹੜਾ ਵੀ ਕੋਈ ਕਸ਼ਟ ਹੋਵੇ ਉਹ ਸਾਰਾ ਮਹਾਰਾਜ ਜੀ ਨਾਲ ਸਾਂਝਾ ਕਰਦੇ ਹਨ।
ਉਤੋ ਆਸਰਾ ਏਕ ਹਮਾਰੇ। ਤੁਹਾਡਾ ਹੀ ਇੱਕ ਆਸਰਾ ਸਾਨੂੰ ਹੈਗਾ ਹੈ। ਕਿਰਪਾ ਕਰਤ ਬਖਸ਼ਤ ਸੁਖ ਸਾਰੇ। ਆਪ ਮਹਾਰਾਜ ਕਿਰਪਾ ਕਰਦੇ ਹੋ ਤੇ ਸਾਰੇ ਹੀ ਸੁੱਖ ਸਾਡੀ ਝੋਲੀ 'ਚ ਪਾ ਦਿੰਦੇ ਹੋ। ਕਿਸੂ ਵਸ ਕੀ ਚਿੰਤ ਨ ਵਿਆਪੇ। ਸਾਨੂੰ ਤੁਹਾਡੇ ਰਹਿੰਦਿਆਂ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਵਿਆਪਦੀ। ਸਕਲ ਪਦਾਰਥ ਦੀਨਸ ਆਪੇ। ਤੇ ਬਿਨਾਂ ਮੰਗਿਆ ਹੀ ਮਹਾਰਾਜ ਤੁਸੀਂ ਸਾਰੇ ਪਦਾਰਥ ਦਿੱਤੇ ਹੋਏ ਹਨ। ਪੀਛੇ ਕਹਾ ਕਰਹਿ ਸੁਤ ਮੇਰੋ। ਮਹਾਰਾਜ ਸੱਚੇ ਪਾਤਸ਼ਾਹ ਇਹ ਮੇਰਾ ਬੱਚਾ ਸ੍ਰੀ ਤੇਗ ਬਹਾਦਰ, ਜਿਨ੍ਹਾਂ ਨੇ ਸੰਸਾਰ ਨਾਲ ਕੋਈ ਨਾਤਾ ਹੀ ਨਹੀਂ ਰੱਖਿਆ, ਇਕਾਂਤ ਵਿੱਚ ਹੀ ਰਹਿੰਦੇ ਹਨ, ਤੁਹਾਡੇ ਪਿੱਛੋਂ ਇਹਨਾਂ ਦਾ ਕੀ ਬਣੇਗਾ। ਜਿਨਹੁ ਨ ਜਗ ਮੈਂ ਕੁਛ ਕ੍ਰਿਤ ਕੇਰੋ। ਸੰਸਾਰ ਦੀ ਕੋਈ ਕ੍ਰਿਤ ਕਾਰ ਵਿਹਾਰ ਇਹਨਾਂ ਨੂੰ ਨਹੀਂ ਆਉਂਦੀ। ਉਦਾਸੀਨ ਬਿਰਤ ਰਹਿ ਇਕਾਕੀ। ਉਦਾਸ ਰਹਿੰਦੇ ਹਨ ਤੇ ਇਕਾਂਤ ਵਿੱਚ ਹੀ ਰਹਿੰਦੇ ਹਨ। ਮਿਲਬੋ ਮੁਲਾਕਾਤ ਨਹਿ ਕਾਂਕੇ। ਨਾ ਕਿਸੇ ਨਾਲ ਮਿਲਦੇ ਨੇ, ਨਾ ਕੋਈ ਖਾਸ ਮੇਲ ਮੁਲਾਕਾਤ ਰੱਖਦੇ ਹਨ। ਲਖੋ ਆਪ ਪੀਤਾ ਹੈ ਸੁਭਾਉ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਤੇਗ ਬਹਾਦਰ ਜੀ ਦਾ ਸੁਭਾਅ ਆਪ ਜੀ ਨੂੰ ਵੀ ਪਤਾ ਹੈ। ਬਹੁਤੀ ਵਾਰੀ ਤੁਹਾਡੇ ਨਾਲ ਵੀ ਘੱਟ ਹੀ ਗੱਲਬਾਤ ਕਰਦੇ ਹਨ। ਹੇਤ ਜੀਵਿਕਾ ਕਾਰਨ ਕਾਉ। ਉਹਨਾਂ ਦੀ ਉਪਜੀਵਕਾ ਮਹਾਰਾਜ ਕਿਵੇਂ ਚੱਲੇਗੀ, ਕੋਈ ਕਾਰਨ ਬਣ ਜਾਵੇ। ਛੂਛੇ ਛੋਰ ਚਹੋ ਤੁਮ ਚਾਲੇ। ਸਾਧ ਸੰਗਤ ਇਹ ਕੋਈ ਗਲਤ ਵੀ ਨਹੀਂ ਹੈ। ਜੇ ਗੁਰੂ ਕੋਲੋਂ ਸਿੱਖ ਆਪਣਾ ਰੋਜ਼ਗਾਰ ਕਾਰੋਬਾਰ ਮੰਗਦਾ ਹੈ ਤਾਂ ਕੋਈ ਗਲਤ ਗੱਲ ਵੀ ਨਹੀਂ ਹੈ। ਕਹੋ ਕਿਸੋ ਕਿਸ ਕੇ ਲਾਗਹਿ ਪਾਲੇ। ਮਹਾਰਾਜ ਤੁਹਾਡੇ ਬਿਨਾ ਖਾਲੀ ਰਹਿ ਜਾਣਗੇ, ਦੱਸੋ ਕਿਹਦੇ ਪੱਲੇ ਲੱਗਣਗੇ। ਦਈ ਸਰੀਕਨ ਕੋ ਵਡਿਆਈ। ਆਪ ਨੇ ਸ਼ਰੀਕਾਂ ਨੂੰ ਸਾਰੀ ਵਡਿਆਈ ਦੇ ਦਿੱਤੀ ਹੈ। ਤਿਨ ਕੇ ਸੰਗ ਨ ਕਿਮ ਬਨ ਆਈ। ਤੇ ਸ੍ਰੀ ਤੇਗ ਬਹਾਦਰ ਜੀ ਦੇ ਨਾਲ ਉਹਨਾਂ ਦੀ ਬਣ ਨਹੀਂ ਆਉਣੀ। ਇੱਕ ਪੁੱਤਰੇ ਗੁਰ ਗ੍ਰੰਥ ਸੰਭਾਰਾ। ਇੱਕ ਪੋਤਰੇ ਧੀਰਮਲ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਂਭ ਲਿਆ ਹੈ। ਤੁਤੀ ਆਪਣੇ ਥਲ ਬੈਠਾਰਾ। ਤੇ ਦੂਜਾ ਤੁਸੀਂ ਆਪਣੇ ਅਸਥਾਨ ਤੇ ਬਿਠਾ ਦਿੱਤਾ ਹੈ, ਭਾਵ ਸ੍ਰੀ ਹਰਿ ਰਾਏ ਜੀ ਨੂੰ ਗੁਰਤਾ ਬਖਸ਼ੀ ਹੈ। ਸ੍ਰੀ ਹਰਿ ਗੋਬਿੰਦ ਕਹਿ ਸਮਝਾਈ। ਤੇ ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਸਾਰੀ ਗੱਲ ਗਹਿਰਾਈ ਸਮਝਾਉਂਦੇ ਹਨ। ਚਿਤ ਮਹਿ ਚਿੰਤਾ ਕਰਹੁ ਨ ਕਾਈ। ਆਖਣ ਲੱਗੇ ਹੈ ਸੁਮਤੇ ਮਨ ਵਿੱਚ ਕੋਈ ਚਿੰਤਾ ਨਾ ਕਰੋ। ਇਹ ਵੱਡਾ ਨੁਕਤਾ ਹੈ, ਸਾਰੇ ਸਿੱਖਾਂ ਲਈ ਸਾਂਝਾ ਹੈ। ਬਈ ਇਹ ਗੁਰਸਿੱਖ ਗੁਰੂ ਦੇ ਹੁੰਦਿਆਂ ਤੂੰ ਚਿੰਤਾ ਨਾ ਕਰ ਤੇ ਸਾਰੇ ਕਾਰਜ ਗੁਰੂ ਆਪ ਰਾਸ ਕਰ ਦੇਵੇਗਾ। ਗੁਰ ਸੁਤ ਪੂਜਨਈ ਜਗ ਕੇਰੇ। ਗੁਰੂ ਦੇ ਪੁੱਤਰ ਹਨ, ਭਾਵ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰੂ ਕਹਿਣ ਲੱਗੇ ਜਗਤ ਦੇ ਪੂਜਨੀਕ ਹਨ। ਦੇਹ ਉਪਾਇਨ ਸਿੱਖ ਕਨੇਰੇ। ਤੇ ਸਮਾਂ ਆਵੇਗਾ ਐਨਾ ਇਹਨਾਂ ਦਾ ਸਨਮਾਨ ਹੋਵੇਗਾ, ਭੇਟਾਵਾਂ ਸੰਗਤ ਅਰਪਣ ਕਰੇਗੀ ਬਹੁਤ ਸਾਰੀਆਂ। ਇਨਕੇ ਆਸਤ ਹਵੈ ਨਰ ਬ੍ਰਿੰਦਾ। ਇਹਨਾਂ ਦੇ ਆਸ਼ਰਿਤ, ਇਹਨਾਂ ਦੇ ਸੇਵਕ ਬਹੁਤ ਜਗਤ ਦੇ ਲੋਕ ਬਣਨਗੇ। ਖਾਨ ਪਾਨ ਗੁਜਰਾਨ ਬਿਲੰਦਾ। ਤੇ ਇਹਨਾਂ ਦੇ ਸੇਵਕ ਬਣਨ ਕਰਕੇ ਬਹੁਤ ਸਾਰਿਆਂ ਨੂੰ ਵੱਡੇ ਭੋਜਨ, ਵੱਡੀ ਬਰਕਤ, ਵੱਡੇ ਰਿਜ਼ਕ ਪ੍ਰਾਪਤ ਹੋਣਗੇ। ਬਹੁਤਨ ਕੇ ਦਾਤਾ ਇਹੋ ਹੋਵੈ। ਬਹੁਤ ਲੋਕਾਂ ਨੂੰ ਇਹ ਦਾਤਾਂ ਦੇਣਗੇ। ਸੇਵੈ ਸਿੱਖ ਭਲੇ ਨਿਜ ਜੋਵੈ। ਇਹਨਾਂ ਨੂੰ ਸਿੱਖ ਸਦਾ ਸਦਾ ਲਈ ਪੂਜਣਗੇ। ਇਸ ਬਿਦ ਬਹੁ ਪ੍ਰਕਾਰ ਸਮਝਾਵੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਸਮਝਾਉਣ ਲਈ। ਤਉ ਨਾਨਕੀ ਧੀਰ ਨ ਪਾਵੈ। ਸਾਡਾ ਮਨ ਹੈ ਨਾ ਸਾਧ ਸੰਗਤ, ਭਾਵੇਂ ਸਤਿਗੁਰੂ ਜੀ ਸਭ ਕੁਝ ਆਖਦੇ ਨੇ, ਪਰ ਸਾਡਾ ਮਨ ਫਿਰ ਅਧੀਰ ਹੋ ਜਾਂਦਾ ਹੈ। ਇਸ ਦਿਨ ਬੀਤੈ ਗਿਨਤਿਓ ਗਿਨਤੀ। ਇਸ ਤਰ੍ਹਾਂ ਫਿਰ ਦਿਨ ਰਾਤ ਚਿੰਤਾਵਾਂ ਕਰਦਿਆਂ ਹੀ ਲੰਘਦਾ ਹੈ। ਚਿਤ ਤੇ ਕਰਹਿ ਗੁਰਨ ਸੋ ਬੇਨਤੀ। ਤੇ ਫਿਰ ਮਾਤ ਜੀ ਸੋਚਦੇ ਨੇ ਬਈ ਮਹਾਰਾਜ ਨੂੰ ਫੇਰ ਬੇਨਤੀ ਕਰੀਏ। ਜਿਵੇਂ ਸਾਧ ਸੰਗਤ ਅਸੀਂ ਅਰਦਾਸ ਕਰਦੇ ਆ ਨਾ ਮਹਾਰਾਜ ਦੇ, ਤੇ ਫਿਰ ਮਨ ਕਹਿੰਦਾ ਜੇ ਕੰਮ ਹੋਇਆ ਨਹੀਂ ਇੱਕ ਵਾਰੀ ਹੋਰ ਅਰਦਾਸ ਕਰੀਏ।
ਫਿਰ ਹੋਰ ਅਰਦਾਸ ਕਰੀਏ। ਫਿਰ ਇਸ ਤਰ੍ਹਾਂ ਅਸੀਂ ਬਾਰ-ਬਾਰ ਅਰਦਾਸਾਂ ਕਰਦੇ ਤੇ ਸਾਧ ਸੰਗਤ ਬਾਰ-ਬਾਰ ਅਰਦਾਸਾਂ ਕਰਨ ਨਾਲ ਵੀ ਕੋਈ ਨੁਕਸਾਨ ਨਹੀਂ ਹੁੰਦਾ, ਬਲਕਿ ਗੁਰੂ ਨਾਲ ਨੇੜਤਾ ਹੀ ਬਣਦੀ ਹੈ, ਗੁਰੂ ਦਾ ਪ੍ਰੇਮ ਹੀ ਪ੍ਰਾਪਤ ਹੁੰਦਾ ਹੈ। ਸ੍ਰੀ ਨਾਨਕ ਜੀ ਬਣਹੁ ਸਹਾਈ। ਤੇ ਅਰਦਾਸ ਕਰਦੇ ਨੇ, ਹੇ ਗੁਰੂ ਨਾਨਕ ਦੇਵ ਮਹਾਰਾਜ ਸਹਾਇਤਾ ਕਰੋ। ਤੇ ਗੁਰੂ ਨਾਨਕ ਕੌਣ ਨੇ? ਗੁਰੂ ਹਰਗੋਬਿੰਦ ਸਾਹਿਬ ਹੀ ਤੇ ਗੁਰੂ ਨਾਨਕ ਦੇਵ ਜੀ ਹਨ। ਫਰਕ ਤੇ ਕੋਈ ਨਹੀਂ। ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਤੇ ਉਹੀ ਜੋਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ 'ਚ ਬਿਰਾਜਮਾਨ ਹੈ। ਬਰਕਤਾਂ ਵੀ ਉਹੀ ਨੇ, ਵਰਦਾਨ ਵੀ ਉਹੀ ਨੇ। ਮਹਾਰਾਜ ਜੀ ਦੀਆਂ ਅਸੀਸਾਂ ਵੀ ਸਫਲ ਝੋਲੀਆਂ ਭਰ ਦੇਣ ਵਾਲੀਆਂ ਉਹੀ ਨੇ, ਤੇ ਸਾਡਾ ਹਿਰਦਾ ਵੀ ਡੋਲਣ ਵਾਲਾ ਉਹੀ ਹੈਗਾ। ਸਾਡੇ ਹਿਰਦੇ ਦੀ ਹੀ ਵਿਆਖਿਆ ਹੈ। ਸ੍ਰੀ ਨਾਨਕ ਜੀ ਬਣਹੁ ਸਹਾਈ। ਇਹ ਗੁਰੂ ਨਾਨਕ ਦੇਵ ਮਹਾਰਾਜ ਸਹਾਇਤਾ ਕਰੋ। ਮਮ ਸੁਤ ਕੋ ਹੋਵਹਿ ਵਡਿਆਈ। ਵਡਿਆਈਆਂ ਵੀ ਗੁਰੂ ਕੋਲੋਂ ਮੰਗਣਾ ਕੋਈ ਗੁਨਾਹ ਨਹੀਂ ਹੈ। ਮਾਤਾ ਜੀ ਮੰਗ ਰਹੇ ਹਨ, ਉਹ ਨਿਮਾਨਨ ਕੇ ਤੁਮ ਮਾਨ। ਆਪ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ, ਨਿਤਾਣਿਆਂ ਦੇ ਤਾਣ ਹੋ। ਸਦਾ ਨਿਤਾਨਨ ਕੇ ਬੜਤਾਨ। ਸਦਾ ਹੀ ਨਿਤਾਣਿਆਂ ਨੂੰ ਵੱਡਾ ਤਾਣ ਤਾਕਤ ਦੇਣ ਵਾਲੇ ਹੋ। ਬਦ ਚਤੁਰਾਈ ਕੇਰ ਸਹਾਏ। ਹਮੇਸ਼ਾ ਬੁੱਧੀ ਚਤੁਰਾਈ ਆਪ ਬਖਸ਼ਿਸ਼ ਕਰਕੇ ਦਿੰਦੇ ਹੋ, ਸਹਾਇਤਾ ਕਰਦੇ ਹੋ। ਨਿਜ ਨਿਜ ਹਿਤ ਸਭ ਕਰ ਹੈ ਉਪਾਏ। ਇਹ ਸਾਰਾ ਸੰਸਾਰ ਆਪਣੇ ਆਪਣੇ ਹਿੱਤ ਲਈ ਯਤਨਸ਼ੀਲ ਹੈ। ਮਮ ਸੁਤ ਸਭ ਬਾਤਨ ਤੇ ਹੀਨ। ਹੇ ਗੁਰੂ ਪਾਤਸ਼ਾਹ, ਮੇਰਾ ਪੁੱਤਰ ਸ੍ਰੀ ਤੇਗ ਬਹਾਦਰ ਇਹਨਾਂ ਗੱਲਾਂ ਤੋਂ ਸਖੜੇ ਹਨ। ਚਤੁਰਾਈਆਂ ਚਲਾਕੀਆਂ ਇਹਨਾਂ ਕੋਲ ਨਹੀਂ ਹਨ। ਮਸਤ ਸੁਭਾਵ ਨਾ ਕਛੂ ਪ੍ਰਬੀਨ। ਦੁਨੀਆ ਦੇ ਵਾਂਗੂ ਆਪਣੇ ਆਪ ਨੂੰ ਸਿਆਣਾ ਇਹਨਾਂ ਨਹੀਂ ਬਣਾਇਆ, ਤੇ ਸਦਾ ਨਾਮ ਵਿੱਚ ਮਸਤ ਸੁਭਾਅ ਰਹਿੰਦੇ ਹਨ। ਹਿਮ ਦਿਨ ਕੇਤਕ ਜਬ ਹੈ ਬਿਤਾਏ। ਇਸ ਤਰ੍ਹਾਂ ਕੁਝ 2-3 ਦਿਨ ਲੰਘ ਗਏ ਤਾਂ ਸ੍ਰੀ ਹਰਿ ਰਾਏ ਸੁਗੁਰਤਾ ਪਾਏ। ਥੋੜੇ ਦਿਨਾਂ ਬਾਅਦ ਹੀ ਆਪ ਸਰੀਰ ਤਿਆਗ ਜਾਓਗੇ ਤੇ ਸ੍ਰੀ ਹਰਿ ਰਾਏ ਜੀ ਗੁਰਤਾ ਤੇ ਬਿਰਾਜਣਗੇ। ਕਹਿਤ ਨਿਤਾ ਪ੍ਰਤ ਪ੍ਰਭ ਕੇ ਸਾਥ। ਇਸ ਤਰ੍ਹਾਂ ਦਿਨ ਹਰ ਵੇਲੇ ਮਹਾਰਾਜ ਜੀ ਨਾਮ ਕਹਿੰਦੇ ਹਨ। ਚਿਤਵ ਨਾਨਕੀ ਚਿੰਤਾ ਗਾਥ। ਮਨ ਜਿਹੜਾ ਨਾ, ਤਨ ਜਿਹੜਾ ਚਿੰਤਾ 'ਚ ਹੈ ਉਹਨਾਂ ਦਾ। ਪੂਰਬ ਸੂਰਤ ਹਿਰਦੈ ਦੁਖਾਰੀ। ਬੜੇ ਚਿੰਤਾ ਤੁਰ ਹਨ ਤੇ ਚਿੰਤਾ ਹਿਰਦੇ ਦਾ ਦੁੱਖ ਹੈ। ਕੁਛ ਬਸ ਚਲੈ ਰਾਹੋਤ ਲਾਚਾਰੀ। ਔਰ ਇਸ ਤਰ੍ਹਾਂ ਦੇ ਨਾਲ ਪਰ ਵਸ ਵੀ ਕੁਝ ਨਹੀਂ ਚੱਲਦਾ। ਕਾਰਨ ਕਰਤੇ ਵਸ ਹੈ, ਕਰਨ ਕਾਰਨ ਸਮਰੱਥ ਹੈ। ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ। ਆਪਣੇ ਵਸ ਕੁਝ ਨਹੀਂ ਹੁੰਦਾ। ਔਰ ਤਪਤਾਏ ਅਜੋਗ ਵਿਚਾਰੈ। ਹਿਰਦੇ ਵਿੱਚ ਚਿੰਤਾ ਕਰਦੇ ਹਨ, ਹਿਰਦਾ ਤਪਦਾ ਹੈ। ਤੇ ਇਸ ਤਰ੍ਹਾਂ ਚਿੰਤਾ ਕਰਨਾ ਅਯੋਗ ਹੈ। ਸਤਿਗੁਰ ਕੇ ਸੁਤ ਸਖਤ ਨਾ ਧਾਰੈ। ਗੁਰੂ ਪਾਤਸ਼ਾਹ ਜੀ ਦੇ ਸੁਪੁੱਤਰ ਹਨ, ਤੇ ਜੇ ਇਹਨਾਂ ਕੋਲ ਬਲ ਨਾ ਹੋਇਆ। ਪੋਤਰੇ ਸਰਬ ਭਾਂਤ ਬੜਿਆਏ। ਪੁੱਤਰਾਂ ਨੂੰ ਬਲ ਨਹੀਂ ਦਿੱਤਾ ਤੇ ਪੋਤਰਿਆਂ ਨੂੰ ਦੇ ਦਿੱਤਾ ਹੈ ਹਰ ਤਰ੍ਹਾਂ ਨਾਲ। ਰਖ ਛੂਛੇ ਸਭ ਆਨੰਦ ਬਿਠਾਏ। ਆਪਣੇ ਪੁੱਤਰਾਂ ਨੂੰ ਪਿੱਛੇ ਕਰਕੇ ਤੇ ਪੋਤਰਿਆਂ ਨੂੰ ਵਡਿਆਈਆਂ ਦਿੱਤੀਆਂ ਹਨ। ਇੱਕ ਦਿਨ ਮੈਂ ਸ੍ਰੀ ਹਰਿ ਗੋਬਿੰਦ। ਇੱਕ ਦਿਨ ਸ਼ਾਮਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਿਤ ਆਹਾਰ ਕੇ ਬਾਹੁ ਬਿਲੰਦ। ਵੱਡੇ ਬਲਸ਼ਾਲੀ ਮਹਾਂ ਜਿਨ੍ਹਾਂ ਦੀਆਂ ਵੱਡਾ ਬਲ ਹੈ, ਹਿਰਦੈ ਆਨੰਦਤ ਚਲ ਕਰ ਆਏ। ਬੜੇ ਆਨੰਦ ਨਾਲ ਭਰੇ ਹੋਏ ਹਨ ਤੇ ਚੱਲ ਕੇ ਘਰ ਵਿੱਚ ਆਏ ਹਨ। ਸਾਧ ਸੰਗਤ, ਗੁਰੂ ਸਦਾ ਹੀ ਆਨੰਦ ਵਿੱਚ ਹੈ। ਜਿਵੇਂ ਸਾਗਰ ਚੋਂ ਭਾਵੇਂ 12 ਸਾਲ ਮੀਂਹ ਨਾ ਪਵੇ, ਪਾਣੀ ਨਹੀਂ ਨਾ ਮੁੱਕਦਾ, ਤੇ ਉਸੇ ਤਰ੍ਹਾਂ ਉਛਾਲੇ ਮਾਰਦਾ ਰਹਿੰਦਾ ਹੈ, ਛੱਲਾਂ ਉੱਠਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਗੁਰੂ ਦੇ ਹਿਰਦੇ 'ਚੋਂ ਆਨੰਦ ਕਦੇ ਨਹੀਂ ਮੁੱਕਦਾ। ਭਾਵੇਂ ਸਮਾਂ ਤੱਤੀ ਲੋਹ ਤੇ ਬੈਠਣ ਦਾ ਹੋਵੇ, ਜਾਂ ਹੋਰ ਕਿਧਰੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਾ ਸਮਾਂ ਹੋਵੇ, ਚਮਕੌਰ ਵਿੱਚ ਭਿਆਨਕ ਜੰਗ ਦਾ ਸਮਾਂ ਹੋਵੇ, ਗੁਰੂ ਦਾ ਹਿਰਦਾ ਸਦਾ ਹੀ ਆਨੰਦਿਤ ਰਹਿੰਦਾ।
ਪ੍ਰਸੰਨਤਾ ਨਾਲ ਭਰਿਆ ਰਹਿੰਦਾ ਹੈ। ਤੀਰਗ ਦਰਸ਼ਨ ਦੁਤੀ ਸੁਹਾਏ। ਇਸ ਤਰ੍ਹਾਂ ਦੇ ਨਾਲ ਬਲਸ਼ਾਲੀ ਸਤਿਗੁਰੂ ਜੀ ਦਾ ਕਾਂਟਮਈ ਦਰਸ਼ਨ ਸੋਭਾ ਪਾ ਰਿਹਾ ਹੈ। ਕੁੰਜਰ ਮਦ ਬਿਲੰਦ ਜੁਤ ਜੈਸੇ। ਜਿਵੇਂ ਕੋਈ ਮਦਮਸਤ ਹਾਥੀ ਹੋਇਆ ਮਸਤ ਚਾਲ ਚੱਲਦਾ ਹੈ। ਗਮਨਤ ਸੋਭਾ ਪ੍ਰਾਪਤ ਤੈਸੇ। ਇਸ ਤਰ੍ਹਾਂ ਮਹਾਰਾਜ ਜੀ ਦੇ ਚੱਲਣ ਦੀ ਵੀ ਵਡਿਆਈ ਹੈ, ਬੇਪਰਵਾਹ ਚੱਲਦੇ ਹਨ। ਬੈਠੇ ਆਸਨ ਪਰ ਸੁਭ ਜੈਸੇ। ਬੜੇ ਆਨੰਦ ਨਾਲ ਆਸਣ ਤੇ ਬੈਠੇ ਹਨ। ਹਾਰ ਪਰੋਸਿਓ ਅਸਨ ਮਹਾਨ। ਤੇ ਸੇਵਾਦਾਰਾਂ ਨੇ ਥਾਲ ਭੋਜਨ ਦਾ ਪਰੋਸ ਕੇ ਰੱਖਿਆ, ਸੂਖਮ ਚਾਵਰ ਅਨੇਕ ਪ੍ਰਕਾਰੇ। ਜਿਹਦੇ ਵਿੱਚ ਬਾਰੀਕ ਬਾਸਮਤੀ ਦੇ ਚਾਵਲ ਹਨ, ਪੁਲਾਓ ਵੀ ਹੈ, ਜਰਦਾ ਵੀ ਹੈ, ਔਰ ਇਸ ਤਰ੍ਹਾਂ ਫਿੱਕੇ ਚਾਵਲ ਵੀ ਹਨ। ਉਪਕਾਰ ਬੁੱਧ ਸਾਥ ਸੁਧਾਰੇ। ਲੰਗਰੀ ਸਿੰਘ ਨੇ ਬਹੁਤ ਸਿਆਣੇ ਢੰਗ ਨਾਲ, ਭਾਵ ਸਾਵਧਾਨੀ ਨਾਲ ਭੋਜਨ ਤਿਆਰ ਕੀਤਾ, ਸੁਧਾਰਿਆ ਹੈ। ਮਧੁਰ ਸਲਵਣ ਤੁਰਸ ਚਰ ਪਰੇ। ਇਸ ਤਰ੍ਹਾਂ ਮਿੱਠਾ ਭੋਜਨ ਹੈ, ਨਮਕੀਨ ਹੈ, ਚਰਪਰਾ ਹੈ, ਪਾਇਸ ਆਦ ਆਹਾਰਜ ਕਰੇ। ਔਰ ਇਸ ਤਰ੍ਹਾਂ ਦੇ ਨਾਲ ਸਾਰਾ ਕੁਝ ਖੀਰ ਆਦਿਕ ਭੋਜਨ ਵਿੱਚ ਹੈ। ਪਾਨ ਪਖਾਰ ਪਾਨ ਕੇ ਸਾਥ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੋਜਨ ਕੀਤਾ ਤੇ ਜਲ ਨਾਲ ਹੱਥ ਸੁੱਚੇ ਕੀਤੇ। ਅਚਵਨ ਕਰਨ ਲਗੇ ਜਬਨਾਥ। ਤੇ ਫਿਰ ਇਸ ਤਰ੍ਹਾਂ ਭੋਜਨ ਕਰਨ ਲੱਗੇ ਹਨ ਜਗਤ ਦੇ ਮਾਲਕ ਸਤਿਗੁਰੂ ਜੀ। ਲਖ ਅਵਕਾਸ ਨਾਨਕੀ ਆਈ। ਤੇ ਫਿਰ ਉਹਨਾਂ ਨੂੰ ਇਕੱਲਿਆਂ ਨੂੰ ਦੇਖ ਕੇ ਨਾ, ਭੋਜਨ ਕਰਦਿਆਂ ਨੂੰ ਸ੍ਰੀ ਮਾਤ ਨਾਨਕੀ ਜੀ ਆਏ ਹਨ, ਕੋਲ ਬੈਠੇ ਹਨ। ਬੈਠੀ ਅਬ ਬੰਧਨ ਕਰ ਸਾਈ। ਜਗਤ ਦੇ ਮਾਲਕ ਤੇ ਆਪਣੇ ਸੁਆਮੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਮੱਥਾ ਟੇਕ ਕੇ ਤੇ ਲਾਗੇ ਬੈਠ ਗਏ ਹਨ। ਸਨੈ ਸਨੈ ਗੁਰ ਅਚਹ ਆਹਾਰਾ। ਮਹਾਰਾਜ ਸੱਚੇ ਪਾਤਸ਼ਾਹ ਬੜੇ ਆਨੰਦ ਨਾਲ ਆਹਿਸਤਾ ਆਹਿਸਤਾ ਚਬਾ ਚਬਾ ਕੇ ਭੋਜਨ ਕਰ ਰਹੇ ਹਨ। ਹਾਥ ਜੋਰ ਪਤ ਸਾਥ ਉਚਾਰਾ। ਤੇ ਸ੍ਰੀ ਮਾਤ ਨਾਨਕੀ ਜੀਆਂ ਨੇ ਹੱਥ ਜੋੜ ਕੇ ਜਗਤਪਤੀ ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਪ੍ਰਤੀ ਬੇਨਤੀ ਰੂਪੀ ਬਚਨ ਕੀਤਾ। ਸੁਨਹੁ ਗਰੀਬ ਨਿਵਾਜ ਸੋ ਅਰਜੀ। ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸੁਆਮੀ ਜੀ, ਸਾਡੀ ਬੇਨਤੀ ਸੁਣੋ। ਮੋਹਿ ਬਤਾਵੋ ਆਪਨ ਮਰਜੀ। ਜੋ ਆਪ ਜੀ ਦੀ ਮਰਜ਼ੀ ਹੈ ਉਹ ਮੈਨੂੰ ਦੱਸੋ। ਸਭ ਤੇ ਲਘੂ ਨੰਦਨ ਇਹ ਮੇਰੋ। ਇਹ ਮੇਰਾ ਬੱਚਾ ਸ੍ਰੀ ਤੇਗ ਬਹਾਦਰ ਘਰ ਵਿੱਚ ਸਭ ਤੋਂ ਛੋਟੇ ਹਨ। ਇਸ ਦਿਸ ਤੇ ਸੰਸੈ ਬਹੁ ਤੇਰੋ। ਇਹਨਾਂ ਕਰਕੇ ਮੇਰਾ ਮਨ ਬੜਾ ਸ਼ੰਕੇ ਵਿੱਚ ਹੈ। ਕਹਾ ਭਵਿਖਿਅਤ ਮੈਂ ਇਹੋ ਕਰ ਹੈ। ਆਪ ਜੀ ਜਦ ਬਿਆਨਾ ਕਰ ਜਾਓਗੇ ਕੀ ਕਰਨਗੇ? ਬੁੱਧ ਵਿਵਹਾਰ ਏਕ ਨਹਿ ਧਰ ਹੈ। ਦੁਨੀਆ ਦੀ ਇਹਨਾਂ ਨੂੰ ਕੋਈ ਸਮਝ ਨਹੀਂ ਤੇ ਦੁਨੀਆ ਦਾ ਕੋਈ ਵਿਵਹਾਰ ਨਹੀਂ ਜਾਣਦੇ। ਕਿਤ ਕਹਿ ਕਿਤ ਇਹ ਜਾਏ ਬਸੈ ਕਿਸ ਥਾਨ। ਮਹਾਰਾਜ ਸੱਚੇ ਪਾਤਸ਼ਾਹ ਵੀ ਦੱਸ ਦਿਓ ਵੀ ਕਿਹੜੇ ਥਾਂ ਇਹ ਨਿਵਾਸ ਰੱਖਣਗੇ ਆਪ ਤੋਂ ਬਾਅਦ। ਕਿਮ ਠਾਨ ਆਪਣੀ ਗੁਜਰਾਨ। ਤੇ ਸੱਚੇ ਪਾਤਸ਼ਾਹ ਇਹਨਾਂ ਦੀ ਗੁਜਰਾਨ ਕਿਵੇਂ ਚੱਲੇਗੀ? ਨਾਲੇ ਇਕੱਲੇ ਤਾਂ ਨਹੀਂ ਹੈਗੇ, ਸੁੱਖ ਨਾਲ ਵਿਆਹੇ ਹੋਏ ਹਨ। ਤੇ ਤੁਹਾਡੀ ਨੁਖਾ ਗੁਜਰੀ ਜੀ ਵੀ ਨਾਲ ਨੇ, ਉਹ ਵੀ ਭਗਤੀ ਪ੍ਰਾਇਣ ਭਗਤੀ ਮੂਰਤੀ ਹੈ। ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਦਈ ਸਕਤ ਅਰ ਦੋਨੋਂ ਨਗਰੀ। ਆਪ ਜੀਆਂ ਨੇ ਦੋਵੇਂ ਨਗਰ ਸ੍ਰੀ ਕਰਤਾਰਪੁਰ ਤੇ ਕੀਰਤਪੁਰ ਪੋਤਰ ਭਏ ਮਾਲਕ ਵਤ ਸਗਰੀ। ਪੋਤਰਿਆਂ ਨੂੰ ਹੀ ਸਭ ਚੀਜ਼ਾਂ ਦਾ ਆਪ ਨੇ ਮਾਲਕ ਬਣਾਇਆ। ਸ਼ਿਕਵਾ ਨਹੀਂ ਕਰ ਰਹੇ, ਮੰਗ ਕਰ ਰਹੇ ਹਨ। ਸੋ ਗਰੀਬ ਤੁਮ ਜਾਨੋ ਨਾਹੀ। ਸੱਚੇ ਪਾਤਸ਼ਾਹ ਐਸਾ ਤੇ ਨਹੀਂ ਹੈ ਬਈ ਆਪ ਸ੍ਰੀ ਤੇਗ ਬਹਾਦਰ ਜੀ ਦੇ ਬਾਰੇ ਨਹੀਂ ਜਾਣਦੇ। ਉਹ ਗਰੀਬੜੇ ਨਿਵਾਣੇ ਸੁਭਾਅ ਦੇ ਮਾਲਕ ਹਨ। ਲਖੁ ਨੰਦਨ ਸਕਤ ਨਾ ਜਿਸ ਮਾਹੀ। ਉਂਝ ਵੀ ਘਰ ਵਿੱਚ ਸਭ ਤੋਂ ਛੋਟੇ ਹਨ ਤੇ ਉਹਨਾਂ ਕੋਲ ਕੋਈ ਸਮਰੱਥਾ ਵੀ ਨਹੀਂ ਹੈ। ਕਰ ਹੈ ਵਿਰੋਧ ਤੀਰ ਮਲ ਭਾਰਾ। ਮਹਾਰਾਜ ਆਪ ਜੀ ਨੂੰ ਪਤਾ ਹੈ ਧੀਰਮਲ ਦੇ ਸੁਭਾਅ ਦਾ ਵੱਡਾ ਵਿਰੋਧ ਕਰੇ। ਅਰੇ ਮਾਤਾ ਜੀ ਦੀ ਚਿੰਤਾ ਠੀਕ ਵੀ ਹੈ, ਧੀਰਮਲ ਨੇ ਵਿਰੋਧ ਕੀਤਾ ਵੀ। ਆਪਣੇ ਸੀਹੇ ਨੌਕਰ ਤੋਂ ਮਹਾਰਾਜ ਨੂੰ ਗੋਲੀ ਵੀ ਮਰਵਾਈ ਸੀ ਜੋ ਮਹਾਰਾਜ ਦੀ ਬਾਂਹ 'ਚ ਲੱਗੀ ਸੀ। ਇਹ ਉਹਨਾਂ ਦੀ ਚਿੰਤਾ ਖਦਸ਼ਾ ਠੀਕ ਹੈ,
ਮਹਾਰਾਜ ਪ੍ਰਤੀ ਬੇਨਤੀ ਕਰ ਰਹੇ ਹਨ। ਪਰ ਵਿਸਨ ਦੇ ਨਾ ਪੁਰ ਕਰਤਾਰਾ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸੱਚਖੰਡ ਗਮਨ ਤੋਂ ਬਾਅਦ ਧੀਰਮਲ ਨੇ ਸਾਨੂੰ ਕਰਤਾਰਪੁਰ ਵਿੱਚ ਪੈਰ ਵੀ ਨਹੀਂ ਰੱਖਣ ਦੇਣਾ। ਕੀਰਤਪੁਰ ਕੇ ਸਹਤ ਸੁਗਾਦੀ। ਕੀਰਤਪੁਰ ਨਗਰ ਸਮੇਤ ਤੇ ਆਪਣੀ ਗੱਦੀ ਆਪ ਜੀ ਨੇ ਸ੍ਰੀ ਹਰਿ ਰਾਏ ਪਾਏ ਸੁਖ ਸਾਦੀ। ਬਹੁਤ ਖੁਸ਼ੀ ਨਾਲ ਆਪਨੇ ਸ੍ਰੀ ਹਰਿ ਰਾਏ ਜੀ ਨੂੰ ਬਖਸ਼ ਦਿੱਤੀ ਹੈ। ਸੂਰਜ ਮਲ ਕੋ ਬਾਖ ਬਖਾਨਾ। ਤੇ ਸੂਰਜਮਲ ਪ੍ਰਤੀ ਵੀ ਆਪਨੇ ਬਚਨ ਆਖੇ ਹਨ ਤਿਸ ਕੋ ਬਰਦਹ ਬੰਸ ਮਹਾਨਾ। ਕਿ ਉਹਨਾਂ ਦਾ ਬੰਸ ਬਹੁਤ ਵਧੇਗਾ। ਤੇ ਮਹਾਰਾਜ ਆਪ ਜੀ ਦਾ ਛੋਟਾ ਸਾਹਿਬਜ਼ਾਦਾ ਮੇਰਾ ਛੋਟਾ ਪੁੱਤਰ ਸ੍ਰੀ ਤੇਗ ਬਹਾਦਰ ਜੀ ਪ੍ਰਤੀ ਆਪਨੇ ਕੋਈ ਬਚਨ ਨਹੀਂ ਆਖਿਆ। ਗੁਰਤਾਪੀ ਕਬਹੂ ਕੇ ਤੁਬ ਬੰਸ। ਫਿਰ ਤੁਸੀਂ ਸੂਰਜਮਲ ਜੀ ਨੂੰ ਬਚਨ ਕੀਤਾ ਵੀ ਤੁਹਾਡੇ ਘਰ ਵਿੱਚ ਗੁਰਤਾ ਵੀ ਆਵੇਗੀ। ਪਾਵਹਿ ਗੋਦਾਰਦ ਵਿਦਵੰਸ। ਗੁਰਤਾ ਪ੍ਰਾਪਤ ਹੋਵੇਗੀ ਤੇ ਹਰ ਤਰ੍ਹਾਂ ਦੇ ਦਰਿਦਰਾਂ ਦਾ ਨਾਸ਼ ਹੋਵੇਗਾ। ਮਮ ਸੁਤ ਕੋ ਕਿਮ ਦੇਤ ਨ ਗੁਰਤਾ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਬਈ ਮੇਰੇ ਪੁੱਤਰ ਨੂੰ ਵੀ ਗੁਰਤਾ ਗੱਦੀ ਦੇਵੋ। ਸਾਧ ਸੰਗਤ ਮੰਗਣਾ ਕੋਈ ਗੁਨਾਹ ਤਾਂ ਨਹੀਂ। ਬਾਰਿਕ ਵਾਂਗੀ ਹਉ ਸਭ ਕਿਛ ਮੰਗਾ ਦਿੰਦੇ ਤੋਟ ਨਹੀਂ ਹਰ ਰੱਗਾ। ਤੇ ਗੁਰੂ ਦਿੰਦਾ ਵੀ ਹੈ। ਤੁਮਰੇ ਅਨਸਾਰੀ ਨਿਤ ਬਰਤਾ। ਸਾਰਾ ਜੀਵਨ ਸ੍ਰੀ ਤੇਗ ਬਹਾਦਰ ਜੀ ਦਾ ਹੁਣ ਤੱਕ ਜਿਤਨਾ ਹੈ ਆਪ ਜੀ ਦੀ ਆਗਿਆ ਚ ਰਹੇ ਹਨ। ਗਨ ਵਿਕਾਰ ਹੰਕਾਰ ਜੇ ਆਦ। ਇਹਨਾਂ ਕੋਲ ਕੋਈ ਵਿਕਾਰ ਕੋਈ ਹੰਕਾਰ ਆਦਿਕ ਅਵਗੁਣ ਨਹੀਂ ਹੈ। ਧਰਹਿ ਨ ਕਬਹੂ ਕਰਹਿ ਪ੍ਰਮਾਦ। ਔਰ ਕਦੀ ਵੀ ਮਨ ਵਿੱਚ ਕਿਸੇ ਤਰ੍ਹਾਂ ਦਾ ਸ਼ਰੀਕਾ ਆਦਿਕ ਨਹੀਂ ਕਰਦੇ ਹਨ। ਬਿਨ ਗੁਰਤਾ ਕੀ ਸਕਤ ਬਹੀਨ। ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਬਿਨਾਂ ਤੇ ਇਹਨਾਂ ਕੋਲ ਕੋਈ ਸ਼ਕਤੀ ਹੋਰ ਹੈ ਨਹੀਂ। ਕਦੀ ਕੋਈ ਭੁੱਲ ਵੀ ਨਹੀਂ ਕਰਦੇ। ਮਮ ਸੁਤ ਕੋ ਸਕਹਿ ਨ ਚੀਨ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪੁੱਤਰ ਨੂੰ ਤਾਂ ਕੋਈ ਪਛਾਣਦਾ ਵੀ ਨਹੀਂ। ਵਾਕਈ ਜਿਹੜੇ ਹੋਰ ਸੋਢੀ ਸਨ ਨਾ 22 ਮੰਜੀਆਂ ਲਾ ਕੇ ਬੈਠੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਦਾਈ ਕਹਿੰਦੇ ਸਨ ਵੀ ਉਹ ਤੇ ਸੁਦਾਈ ਨੇ। ਉਹਨਾਂ ਨੂੰ ਤਾਂ ਸਮਝ ਨਹੀਂ। ਜੇ ਉਹਨਾਂ ਨੂੰ ਕੋਈ ਮੱਥਾ ਟੇਕੇਗਾ ਪ੍ਰਗਟ ਕਰੇਗਾ ਤੇ ਉਹਦਾ ਮੂੰਹ ਕਾਲਾ ਹੋ ਜਾਏਗਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਫੈਲਾ ਰੱਖੀਆਂ ਸਨ। ਮਮ ਸੁਤ ਕੋ ਸਕਹਿ ਨ ਚੀਨ। ਮੇਰੇ ਇਸ ਪੁੱਤਰ ਨੂੰ ਕੋਈ ਪਛਾਣ ਵੀ ਨਹੀਂ ਸਕੇਗਾ। ਉਹਨਾਂ ਦੀ ਕੋਈ ਪਛਾਣ ਵੀ ਨਹੀਂ ਬਣੇਗੀ। ਕੌਣ ਸੇਖ ਚਲ ਕਰ ਢਿਗ ਆਵੈ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਤੇਗ ਬਹਾਦਰ ਜੀ ਦੇ ਕੋਲ ਕੌਣ ਚੱਲ ਕੇ ਆਵੇਗਾ? ਕੋਈ ਸਿੱਖ ਆਦਿਕ ਉਹ ਅਰਪ ਹੈ ਭੇਟਨ ਕੋ ਲਿਆਵੇ। ਕੁਝ ਅਰਪਣ ਕਰਨਾ ਭੇਟਾ ਕਰਨੇ ਤੇ ਦੂਰ ਦੀ ਗੱਲ ਹੈ। ਮਰੋ ਬਿਸੂਰਤ ਦੇਖਤ ਨੰਦਨ। ਮਹਾਰਾਜ ਮੈਂ ਤਾਂ ਆਪਣੇ ਸੁਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਹਿ ਰਹੇ ਕਿ ਉਹਨਾਂ ਵੱਲ ਦੇਖ ਕੇ ਤੇ ਮੈਂ ਮਰਦੀ ਪਈ ਹਾਂ। ਬਨ ਹੈ ਸਰੀ ਕੀ ਸਭ ਜਗ ਬੰਧਨ। ਆਪ ਦੇ ਸਾਰੇ ਜਗਤ ਦੇ ਬੰਧਨਾਂ ਯੋਗ ਹੋ ਤੇ ਸ਼ਰੀਕਾਂ ਨੂੰ ਵੀ ਬੰਧਨਾ ਹੋਵੇਗੀ। ਜਿਨ ਕਾ ਸਕਲ ਪਦਾਰਥ ਆਵੈ। ਸਭ ਕੁਝ ਉਹਨਾਂ ਦੇ ਘਰ ਪਹਿਲਾਂ ਹੀ ਹੈ ਤੇ ਹੋਰ ਵੀ ਆਵੇਗਾ। ਹਮ ਬੈਠੇ ਤਿਨ ਔਰ ਤਕਾਵੈ। ਅਸੀਂ ਬੈਠੇ ਉਹਨਾਂ ਦੇ ਹੱਥਾਂ ਵੱਲ ਵੇਖਾਂਗੇ। ਅਸ ਸੁਤ ਪਰ ਕਿਉਂ ਦਿਆ ਨ ਧਰਤੇ। ਇਸ ਤਰ੍ਹਾਂ ਦੇ ਨਿਮਾਣਾ ਸੁਭਾਅ ਰੱਖਣ ਵਾਲੇ ਆਪਣੇ ਸੁਪੁੱਤਰ ਤੇ ਆਪ ਦਇਆ ਕਰੋ। ਨਿਜ ਸਮ ਜਗ ਗੁਰ ਕਿਉਂ ਨਹਿ ਕਰਤੇ। ਆਪਣੇ ਵਾਂਗੂ ਉਹਨਾਂ ਨੂੰ ਵੀ ਜਗਤ ਗੁਰੂ ਬਣਾਓ। ਭਾਵ ਉਹਨਾਂ ਨੂੰ ਵੀ ਆਪਣੀ ਜੋਤ ਬਖਸ਼ੋ। ਸੁਨ ਹੈ ਗੁਰੂ ਭੋਜਨ ਕੋ ਖਾਹੇ। ਮਹਾਰਾਜ ਸੱਚੇ ਪਾਤਸ਼ਾਹ ਨਾਲੇ ਸੁਣ ਰਹੇ ਨੇ ਤੇ ਨਾਲੇ ਭੋਜਨ ਕਰ ਰਹੇ ਹਨ। ਚਿਤ ਮੈਂ ਇਸ ਪਰਵਾਸਾ ਨਾਹੇ। ਮਨ ਵਿੱਚ ਸੋਚਦੇ ਨੇ ਵੀ ਹਾਲੇ ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸ਼ਕਤੀਆਂ ਦੇ ਬਲ ਦਾ ਹਾਲੇ ਭਰੋਸਾ ਨਹੀਂ। ਭਾਵ ਅਜੇ ਪਤਾ ਨਹੀਂ ਵੀ ਉਹਨਾਂ ਕੋਲ ਕਿੰਨੀਆਂ ਕੁ ਸ਼ਕਤੀਆਂ ਆ ਜਾਣ ਵਾਲੀਆਂ ਹਨ। ਤ੍ਰਿਪਤ ਹੋਏ ਪੁਨ ਪਾਨੀ ਲੀਨ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੋਜਨ ਕੀਤਾ, ਤ੍ਰਿਪਤ ਹੋਏ ਤੇ ਫਿਰ ਜਲ ਲਿਆ। ਪਾਨ ਪਖਾਰ ਚੁਰੇ ਕੋ ਕੀਨ। ਹੱਥ ਧੋਤੇ ਤੇ ਚੁਲਾ ਕੀਤਾ। ਕਹਿਓ ਬਾਕਤੀ ਰਜ ਕੋ ਧਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਸੁਮਤੇ ਨਾਨਕੀ ਧੀਰਜ ਰੱਖੋ।
ਸਾਡੀ ਆਮ ਹੀ ਕਹਾਵਤ ਹੈ ਵੀ ਸਹਿਜ ਪੱਕੇ ਸੋ ਮਿੱਠਾ ਹੋਏ, ਸਹਿਜ ਸਹਿਜ ਗੁਣ ਰਵੇ ਕਬੀਰਾ। ਆਖਣ ਲੱਗੇ ਤੁਸੀਂ ਧੀਰਜ ਰੱਖੋ, ਭਾਵ ਚਿੰਤਾ ਨਾ ਕਰੋ। ਨਿਜ ਸੁਤ ਸਭ ਲਾਇਕ ਨਿਰਤਾਰ, ਸਾਡਾ ਜਿਹੜਾ ਸਪੁੱਤਰ ਹੈ ਨਾ ਉਹ ਹਰ ਤਰ੍ਹਾਂ ਨਾਲ ਲਾਇਕ ਹੈ। ਬਿਨ ਗੁਰਤਾ ਗੁਰਹੀ ਸਮ ਸੋਏ, ਭਾਵੇਂ ਅਜੇ ਗੁਰਤਾ ਗੱਦੀ ਤੇ ਨਹੀਂ ਬਿਰਾਜੇ, ਪਰ ਇਹ ਗੁਰਤਾ ਗੱਦੀ ਦੇ ਬਰਾਬਰ ਹੀ ਹਨ, ਕੋਈ ਫਰਕ ਨਹੀਂ ਹੈ। ਪੂਜਣ ਉਚਿਤ ਲਖੈ ਸਭ ਕੋਏ, ਸਾਰਾ ਜਗਤ ਜਾਣਦਾ ਬਈ ਇਹ ਪੂਜਣ ਯੋਗ ਹਨ। ਸੁਨਤ ਨਾਨਕੀ ਨੈਣਨ ਨੀਰ, ਤੇ ਧੰਨ ਧੰਨ ਮਾਤ ਨਾਨਕੀ ਜੀਆਂ ਨੇ ਜਦ ਸੁਣਿਆ ਨਾ ਤੇ ਨੇਤਰਾਂ ਵਿੱਚ ਜਲ ਆ ਗਿਆ ਵੀ ਮਹਾਰਾਜ ਤੁਸੀਂ ਕਹਿੰਦੇ ਹੋ ਪਰ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ। ਰੁਦਤ ਬੋਲਤੀ ਸਤਿਗੁਰ ਤੀਰ, ਤੇ ਕੰਠ ਭਰ ਗਿਆ ਤੇ ਨੇਤਰਾਂ ਵਿੱਚ ਜਲ ਆ ਗਿਆ ਤੇ ਮਹਾਰਾਜ ਜੀਆਂ ਨੂੰ ਬੇਨਤੀ ਕਰਨ ਲੱਗੇ। ਗਦ ਗਦ ਗਿਰਾ ਦੁਖੀ ਬੋ ਹੋਈ, ਗਿਰਾ ਗਿਰਾ ਗਦ ਗਦ ਹੋ ਗਈ ਤੇ ਹਿਰਦਾ ਜਿਹੜਾ ਨਾ ਇਸ ਦੁੱਖ ਨਾਲ ਭਰਿਆ ਕਿ ਮਹਾਰਾਜ ਕਹਿ ਤਾਂ ਰਹੇ ਨੇ ਪਰ ਧੀਰ ਮਲ ਵਰਗੇ ਨੇ ਖਰੂਦ ਜ਼ਰੂਰ ਹੀ ਕਰਨਾ ਹੈ। ਪ੍ਰਾਰਬਧ ਹਮ ਸੁਖ ਨ ਕੋਈ, ਆਖਿਆ ਅੱਛਾ ਸੱਚੇ ਪਾਤਸ਼ਾਹ ਜੇ ਸਾਡੀ ਪ੍ਰਾਰਬਧ ਵਿੱਚ ਭਾਗ ਵਿੱਚ ਕੋਈ ਵਡਿਆਈ ਸੁਖ ਨਹੀਂ ਹੈ ਤਾਂ ਅਟਲ ਰਹੇ ਸੁਤ ਜਿਉ ਨ ਜਾਣ, ਸਭ ਤੋਂ ਪਹਿਲਾਂ ਸਾਡੇ ਸਪੁੱਤਰ ਸਾਹਿਬਜ਼ਾਦਾ ਅਟਲ ਰਾਏ ਸਰੀਰ ਤਿਆਗ ਗਏ। ਕਹੇ ਆਪ ਕੇ ਤਿਆਗੇ ਪ੍ਰਾਨ, ਉਹਨਾਂ ਨੇ ਆਪ ਜੀ ਦੀ ਆਗਿਆ ਮੰਨ ਕੇ ਤੇ ਇੱਕ ਬਚਨ ਵੀ ਨਹੀਂ ਕੀਤਾ ਤੇ ਪ੍ਰਾਣ ਤਿਆਗ ਦਿੱਤੇ। ਤੈਸੀ ਗਤ ਕੁਛ ਜਾਣੀ ਜਾਏ, ਮੈਨੂੰ ਲੱਗਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਹੁਣ ਵੀ ਉਹ ਜੇ ਸਮਾਂ ਬਣ ਰਿਹਾ ਹੈ। ਤੇਗ ਬਹਾਦਰ ਅਬ ਦੁਖ ਪਾਏ, ਸ੍ਰੀ ਤੇਗ ਬਹਾਦਰ ਜੀ ਦੁੱਖ ਪ੍ਰਾਪਤ ਕਰਨਗੇ, ਸ਼ਰੀਕਾਂ ਨੇ ਸੁਖ ਨਹੀਂ ਲੈਣ ਦੇਣਾ। ਮੁਝ ਸਮੇਤ ਜੀਏ ਸਕਹਿ ਕੇ ਨਾਹੀ, ਪਤਾ ਨਹੀਂ ਮੈਂ ਵੀ ਜੀ ਸਕਾਂਗੀ ਕਿ ਨਹੀਂ ਜੀ ਸਕਾਂਗੀ। ਇਹਨਾਂ ਨੂੰ ਦੁਖੀ ਦੇਖ ਕੇ ਇਹ ਸ਼੍ਰੀ ਮਾਤ ਜੀ ਦੀ ਸ਼ੰਕਾ ਹੈ। ਕਰਿਓ ਅਨਾਦਰ ਸਹਿਓ ਨ ਜਾਈ, ਮਹਾਰਾਜ ਸੱਚੇ ਪਾਤਸ਼ਾਹ ਜੇ ਮੇਰੇ ਪੁੱਤਰ ਦਾ ਧੀਰਮਲ ਹੋਣਾ ਨੇ ਅਨਾਦਰ ਕੀਤਾ ਤਾਂ ਮੇਰੇ ਕੋਲੋਂ ਸਹਿਆ ਨਹੀਂ ਜਾਣਾ। ਤੁਮਰੇ ਤਨ ਤਿਆਗਨ ਕੇ ਆਗੇ, ਇਸ ਕਰਕੇ ਮਹਾਰਾਜ ਚੰਗਾ ਤਾਂ ਇਹ ਹੈ ਵੀ ਆਪ ਜੀ ਦੇ ਸਰੀਰ ਤਿਆਗਣ ਤੋਂ ਪਹਿਲਾਂ ਹੀ ਮਰ ਹੈ ਹਮ ਦੋਨੋਂ ਦੁਖ ਪਾਗੇ, ਇਹ ਦੁੱਖ ਪਾਉਣ ਤੋਂ ਪਹਿਲਾਂ ਹੀ ਅਸੀਂ ਦੋਵੇਂ ਮਾਂ ਪੁੱਤਰ ਸਰੀਰ ਛੱਡ ਦਈਏ। ਹੋਏ ਨਾ ਸਕਹਿ ਸਰੀਕ ਅਧੀਨ, ਧੀਰਮਲ ਵਰਗੇ ਦੇ ਸਾਨੂੰ ਅਧੀਨ ਨਹੀਂ ਫਿਰ ਰਹਿਣਾ ਪਵੇਗਾ। ਜਾਂ ਤੇ ਮਰਬੋ ਨੀਕੇ ਚੀਨ, ਇਸ ਕਰਕੇ ਸਾਡਾ ਆਪ ਜੀ ਤੋਂ ਪਹਿਲੇ ਹੀ ਚਲਾਣਾ ਕਰ ਜਾਣਾ ਚੰਗਾ ਹੈ। ਤੁਮ ਪਾਛੇ ਮਰ ਹੈ ਨ ਆਛੇ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤੋਂ ਬਾਅਦ ਵੀ ਤੇ ਅਸੀਂ ਸਰੀਰ ਤਿਆਗਣਾ ਹੀ ਹੈ ਤੇ ਉਹ ਦੁਖਦਾਈ ਹੋਵੇਗਾ। ਸੰਧਿਆ ਪ੍ਰਾਤ ਮਰਨ ਅਬ ਬਾਛੇ, ਚੰਗਾ ਹੈਗਾ ਅਸੀਂ ਸ਼ਾਮ ਨੂੰ ਜਾਂ ਸਵੇਰੇ ਤੱਕ ਹੀ ਆਪ ਜੀ ਦੀ ਮਿਹਰ ਹੋਵੇ ਤੇ ਤੁਹਾਡੇ ਸਰੀਰ ਤਿਆਗਣ ਤੋਂ ਪਹਿਲਾਂ ਹੀ, ਨਾਲੇ ਤੁਹਾਡੇ ਸਰੀਰ ਤਿਆਗਣ ਦਾ ਵਿਛੋੜਾ ਸਾਨੂੰ ਨਹੀਂ ਸਹਿਣਾ ਪਏਗਾ ਤੇ ਅਸੀਂ ਵੀ ਦੋਵੇਂ ਮਾਂ ਪੁੱਤਰ ਜਿਵੇਂ ਅਟਲ ਰਾਏ ਜੀ ਸਰੀਰ ਛੱਡ ਗਏ ਨੇ ਅਸੀਂ ਵੀ ਸਰੀਰ ਤਿਆਗ ਦੇਵੀਏ। ਮਹਾਰਾਜ ਜੀ ਦਾ ਇੱਕ ਬਚਨ ਵੀ ਹੈ, ਜਿਸ ਪਿਆਰੇ ਸੋ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ। ਮਹਾਰਾਜ ਤੁਹਾਡੇ ਤੋਂ ਬਾਅਦ ਜਿਉਣਾ ਔਖਾ ਹੋ ਜਾਏਗਾ। ਇਤਿਆਦਕ ਬੋ ਕੀਨ ਉਚਾਰੀ, ਇਸ ਤਰ੍ਹਾਂ ਕੁਝ ਹੋਰ ਬਚਨ ਆਖੇ। ਸੁਨ ਗੁਰ ਕਾਇਲ ਭੇ ਤਿਸ ਬਾਰੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਠੀਕ ਹੈ ਇਸ ਤਰ੍ਹਾਂ ਆਖਿਆ। ਬਹੁ ਪਰਵਾਰ ਜਾਨ ਜੰਜਾਰ, ਇਹ ਸਾਰਾ ਬਹੁਤਾ ਪਰਿਵਾਰ ਵੀ ਜੰਜਾਲ ਹੀ ਹੈ। ਨਹ ਸਮਝਤ ਇਹ ਹਿਰਦੈ ਮਝਾਰ, ਇਸ ਕਰਕੇ ਇਹ ਗੱਲ ਇਹਨਾਂ ਦੇ ਹਿਰਦੇ 'ਚ ਹਾਲੇ ਸਮਝ ਨਹੀਂ ਆ ਰਹੀ। ਉਤੋ ਰੁਮਾਲ ਪੂੰਛ ਤੇ ਹੱਥ, ਜਿਹੜੇ ਹੱਥ ਨਾਲ ਮਹਾਰਾਜ ਰੁਮਾਲ ਨਾਲ ਹੱਥ ਪੂੰਝ ਰਹੇ ਸਨ ਨਾ, ਭੋਜਨ ਛਕ ਕੇ ਹੱਥ ਧੋ ਕੇ ਤੇ ਰੁਮਾਲ ਨਾਲ ਟਾਵਲ ਆਦਿਕ ਜੋ ਹੋਵੇਗਾ ਸੋ ਇਕੱਠੋ ਕਰ ਕੈ ਤਬ ਨਾਥ, ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਚਾਰੇ ਕੋਨਿਆਂ ਤੋਂ ਇਕੱਠਾ ਕੀਤਾ। ਜਿਵੇਂ ਕੋਈ ਗੰਢ ਬੰਨ੍ਹ ਲਈਦੀ ਹੈ ਨਾ, ਇਸ ਤਰ੍ਹਾਂ ਪੋਟਲੀ ਬਣਾ ਕੇ ਹੱਥ ਵਿੱਚ ਪਕੜਿਆ ਤੇ ਝੋਰੀ ਬਿਖੈ ਡਾਰ ਸੋ ਦੀਨ, ਮਹਾਰਾਜ ਜੀ ਨੇ ਉਹ ਗੱਠੜੀ ਜਿਹੀ ਵਾਂਗੂ ਬਣਾ ਕੇ ਆਖਣ ਲੱਗੇ ਫਿਰ ਨਾਨਕੀ ਝੋਲੀ ਕਰ।
ਤੇਰੀ ਝੋਲੀ ਵਿੱਚ ਸਭ ਕੁਝ ਪਾ ਦਿੰਦੇ ਹਾਂ। ਕੁਛ ਕੋਪ ਤੇ ਬੋਲਣ ਕੀਨ, ਔਰ ਇਸ ਤਰ੍ਹਾਂ ਮਹਾਰਾਜ ਜੀਆਂ ਨੇ ਬਚਨ ਕੀਤਾ, ਚਹਿਤ ਰਹਿਤ ਜੇ ਕਹਿਤ ਵਿਸਾਲਾ। ਔਰ ਇਸ ਤਰ੍ਹਾਂ ਚਹਿਤ ਰਹਿਤ ਜੇ ਕਹਿਤ ਵਿਸਾਲਾ, ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਜਿਹੜੇ ਬਚਨ ਸਨ ਬਹੁਤੇ ਕਹਿ ਕੇ, ਜਿਸ ਤਰ੍ਹਾਂ ਗੁਰਤਾ ਗੱਦੀ ਨੂੰ ਆਦਿਕ ਚਾਹੁੰਦੇ ਹੋ, ਸੋ ਗੁਰ ਤਾਲੀ ਜਹ ਇਸ ਕਾਲਾ। ਜੋ ਤੁਸੀਂ ਚਾਹੁੰਦੇ ਹੋ ਇਹ ਲਓ, ਪੂਰਾ ਤੁਹਾਡੀ ਝੋਲੀ ਵਿੱਚ ਪਾ ਦਿੱਤਾ ਹੈ। ਹਮ ਕੋ ਕਾਇਲ ਕਰਤੈ ਲੀਨ, ਤੁਸੀਂ ਤਾਂ ਸਾਨੂੰ ਕਾਇਲ ਕਰ ਲਿਆ ਤੇ ਸਭ ਕੁਝ ਲੈ ਲਿਆ। ਸੰਕਟ ਸਹਿਤ ਹੋਏ ਜਸ ਪੀਨ। ਮਹਾਰਾਜ ਗੁਰੂ ਜਦ ਮਿਹਰ ਕਰਦਾ ਹੈ ਨਾ, ਫਿਰ ਸਭ ਵਡਿਆਈਆਂ ਦਿੰਦਾ ਹੈ। ਅੱਜ ਸਾਡੇ ਟਾਈਮ ਟੀਵੀ ਚੜ੍ਹਦੀ ਕਲਾ ਚੈਨਲ ਦੇ ਡਾਇਰੈਕਟਰ ਹਨ ਜਸਜੀਤ ਸਿੰਘ ਜੀ ਦਰਦੀ। ਗੁਰੂ ਸਾਹਿਬ ਨੇ ਉਹਨਾਂ ਨੂੰ ਨਵਾਜ਼ਦਿਆਂ ਹੋਇਆਂ ਨਾਗਰਿਕ ਸਨਮਾਨ ਸਭ ਤੋਂ ਵੱਡਾ ਜਿਹੜਾ ਪਦਮ ਸ਼੍ਰੀ ਹੁੰਦਾ ਹੈ ਨਾ, ਉਹ ਉਹਨਾਂ ਦੀ ਝੋਲੀ 'ਚ ਪਾ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਨਿਵਾਜਿਆ ਹੈ। ਅੱਜ ਉਹਨਾਂ ਦਾ ਫੋਨ ਆਇਆ ਸੀ, ਗੱਲ ਹੋਈ ਸੀ, ਤੇ ਮੈਨੂੰ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਸੇਵਾ ਕਰਦੇ ਹਾਂ ਤੇ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਇਹ ਸਨਮਾਨ ਦੇ ਕੇ ਨਿਵਾਜਿਆ। ਇਸੇ ਤਰ੍ਹਾਂ ਭਾਈ ਅਮਰਜੀਤ ਸਿੰਘ ਜੀ ਰਾਏ ਹਨ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਰਾਸ਼ਟਰਪਤੀ ਦਾ ਪੁਲਿਸ ਮੈਡਲ ਦੇ ਕੇ ਨਿਵਾਜਿਆ। ਭਾਈ ਸੁਖਚੈਨ ਸਿੰਘ ਜੀ ਗਿੱਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਨੂੰ ਪੁਲਿਸ ਮੈਡਲ ਦੇ ਕੇ ਨਿਵਾਜਿਆ। ਇਸ ਤਰ੍ਹਾਂ ਗੁਰੂ ਜਦ ਮਿਹਰ ਕਰਦਾ ਹੈ ਨਾ ਤੇ ਆਪਣੇ ਸੇਵਕਾਂ ਨੂੰ ਨਿਵਾਜ਼ਦਾ ਹੈ। ਸਤਿਗੁਰੂ ਮਿਹਰ ਦੇ ਘਰ ਵਿੱਚ ਆਏ ਤੇ ਵੱਡੀਆਂ ਬਰਕਤਾਂ ਝੋਲੀ 'ਚ ਪਾ ਕੇ ਆਖਣ ਲੱਗੇ, ਲਓ ਸਭ ਕੁਝ ਦਿੱਤਾ ਹੈ। ਗੁਰਤਾ ਪਾਏ ਕਸ਼ਟ ਕੋ ਧਾਰ ਹੈ। ਔਰ ਇਸ ਤਰ੍ਹਾਂ ਜਿਹੜਾ ਕਸ਼ਟ ਦਾ ਸਮਾਂ ਜਦ ਹੈ ਨਾ, ਉਸ ਵੇਲੇ ਗੁਰਤਾ ਇਹਨਾਂ ਨੂੰ ਆਵੇਗੀ। ਅਨਕ ਬਖੇਰੇ ਉਠਹਿ ਨ ਟਾਰ ਹੈ। ਅਨੇਕਾਂ ਬਖੇੜੇ ਉੱਠਣਗੇ, ਹੋਰ ਕੋਈ ਟਾਲ ਨਹੀਂ ਸਕੇਗਾ, ਤੇ ਇਹ ਸਭ ਕੁਝ ਸਹਿ ਜਾਵਣਗੇ, ਟਾਲਣਗੇ। ਸਹਿ ਸਰੀਰ ਪਰ ਵਿਗਨ ਅਨੇਕ। ਇਹਨਾਂ ਵਰਗਾ ਹੋਰ ਸੂਰਮਾ ਕੋਈ ਨਹੀਂ ਹੈ। ਇਸ ਤਰ੍ਹਾਂ ਤਰ੍ਹਾਂ ਦੇ ਵਿਗਨ ਕਸ਼ਟ ਆਪਣੇ ਸਰੀਰ ਤੇ ਸਹਿਣਗੇ। ਤਬ ਸੁਤ ਰਾਖੈ ਗੁਰਤਾ ਟੇਕ। ਇਹ ਜਿਹੜਾ ਤੁਹਾਡਾ ਪੁੱਤਰ ਹੈ ਨਾ, ਇਹ ਗੁਰਤਾ ਉਸ ਵੇਲੇ ਇਹ ਗੁਰਤਾ ਤੇ ਬਿਰਾਜਣਗੇ ਤੇ ਸਾਰੇ ਕਸ਼ਟ ਨਿਵਾਰਣਗੇ। ਹੁਣ ਪੋਤਰਾ ਤੁਬ ਹੋਏ ਗੁਰ ਭਾਰੀ। ਤੇ ਫਿਰ ਨਾਨਕੀ ਜੀ ਤੁਹਾਡੇ ਪੁੱਤਰ ਸ੍ਰੀ ਤੇਗ ਬਹਾਦਰ ਹੀ ਵੱਡੀਆਂ ਬਿਪਤਾਵਾਂ ਆਪਣੇ ਤਨ ਤੇ ਸਹਿ ਕੇ ਅਨੇਕਾਂ ਲੋਕਾਂ ਦੀਆਂ ਬਿਪਤਾਵਾਂ ਨਹੀਂ ਹਰਣਗੇ। ਤੁਹਾਡੀ ਝੋਲੀ 'ਚ ਪਾ ਦਿੱਤਾ, ਤੁਹਾਡਾ ਪੁੱਤਰ ਵੀ ਭਾਰੀ ਗੁਰੂ ਹੋਵੇਗਾ, ਪੋਤਰਾ ਵੀ ਭਾਰੀ ਗੁਰੂ ਹੋਵੇਗਾ। ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰ ਦਿੱਤਾ। ਆਖਣ ਲੱਗੇ, ਤੁਸੀਂ ਕੀ ਕਹਿੰਦੇ ਹੋ? ਤੁਹਾਡਾ ਪੁੱਤਰ ਵੀ ਗੁਰੂ ਹੋਵੇਗਾ ਤੇ ਤੁਹਾਡਾ ਪੋਤਰਾ ਵੀ ਗੁਰੂ ਹੋਵੇਗਾ। ਸਹਿ ਕਸ਼ਟ ਜੇ ਅਨੇਕ ਪ੍ਰਕਾਰੀ। ਅਨੇਕਾਂ ਪ੍ਰਕਾਰ ਦੇ ਜਿਹੜੇ ਕਸ਼ਟ ਹੋਣਗੇ ਹੱਸ ਕੇ ਸਹਿਣਗੇ। ਸੁਨਤ ਨਾਨਕੀ ਝੋਰੀ ਪਾਏ। ਇਹ ਬਚਨ ਸੁਣ ਕੇ ਮਾਤ ਨਾਨਕੀ ਜੀਆਂ ਨੇ ਉਹ ਜਿਹੜੀ ਗੱਠੜੀ ਬੰਨੀ ਹੋਈ ਸੀ ਝੋਲੀ 'ਚ ਪਾ ਲਈ। ਸੋ ਰੁਮਾਲ ਲੀਨੋ ਤਨ ਲਾਏ। ਔਰ ਉਹ ਰੁਮਾਲ ਆਪਣੇ ਗਲ ਨਾਲ ਸੀਨੇ ਨਾਲ ਘੁੱਟ ਕੇ ਲਗਾ ਲਿਆ। ਹੱਥ ਬੰਦ ਗੁਰ ਦਿਸ ਕਰ ਬੰਦਨ। ਹੱਥ ਜੋੜੇ, ਨੇਤਰਾਂ ਵਿੱਚ ਜਲ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਆਖਣ ਲੱਗੇ, ਮੈਂ ਤਾਂ ਐਵੇਂ ਹੀ ਘਬਰਾ ਗਈ, ਤੁਸੀਂ ਤਾਂ ਸਭ ਕੁਝ ਪਹਿਲਾਂ ਹੀ ਝੋਲੀ 'ਚ ਪਾਉਣ ਨੂੰ ਤਿਆਰ ਰੱਖਿਆ ਹੋਇਆ ਹੈ। ਨਿਸ਼ਚੈ ਕੀਨ ਹੋਏ ਗੁਰ ਨੰਦਨ। ਔਰ ਇਸ ਤਰ੍ਹਾਂ ਮਨ ਵਿੱਚ ਭਰੋਸਾ ਹੈ ਬਈ ਮੇਰਾ ਪੁੱਤਰ ਗੁਰੂ ਸਾਹਿਬ ਜੀ ਦਾ ਸਾਹਿਬਜ਼ਾਦਾ ਸ੍ਰੀ ਤੇਗ ਬਹਾਦਰ ਜੀ ਇੱਕ ਦਿਨ ਜ਼ਰੂਰ ਗੁਰਤਾ ਗੱਦੀ ਤੇ ਬਿਰਾਜਣਗੇ, ਕਿਉਂਕਿ ਮਹਾਰਾਜ ਦਾ ਬਚਨ ਹੋ ਗਿਆ ਹੈ। ਸਦਨ ਆਪਣੇ ਬੈਠੀ ਜਾਏ। ਆਪਣੇ ਮਹਿਲ ਵਿੱਚ ਆ ਕੇ ਪ੍ਰਸੰਨਤਾ ਸਹਿਤ ਸਾਧ ਸੰਗਤ ਮਹਾਰਾਜ ਜੀ ਦਾ ਬਚਨ ਵੀ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਕੋਈ ਖਦਸ਼ਾ ਹੋਵੇ, ਕੋਈ ਚਿੰਤਾ ਹੋਵੇ ਤਾਂ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਤੇ ਹਰ ਕਸ਼ਟ ਦਾ ਨਿਵਾਰਨ ਸਤਿਗੁਰੂ ਜੀ ਕਰ ਦਿੰਦੇ ਨੇ। ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਗੁਰੂ ਨੇ ਸਾਨੂੰ ਬਹੁਤ ਕੁਝ ਦੇਣਾ ਹੁੰਦਾ
ਤੇ ਅਸੀਂ ਆਮ ਚੀਜ਼ਾਂ ਪਿੱਛੇ ਹੀ ਪਏ ਰਹਿੰਦੇ ਹਾਂ। ਸੁਤ ਸੋ ਸਰਬ ਪ੍ਰਸੰਗ ਸੁਣਾਏ, ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਸਾਰੀ ਵਾਰਤਾ ਸੁਣਾਈ ਹੈ। ਨਹਿ ਮਨ ਕੁਛ ਸ੍ਰੀ ਤੇਗ ਬਹਾਦਰ, ਪਰ ਮਹਾਨ ਪਵਿੱਤਰ ਆਤਮਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਦੀਨ ਦਿਆਲ ਸਤਿਗੁਰੂ ਜੀ ਨੇ ਕੁਛ ਆਦਰ ਤੇ ਅਨਾਦਰ ਵਿੱਚ ਫਰਕ ਨਹੀਂ, ਮਾਨ ਅਪਮਾਨ ਵਿੱਚ ਕੋਈ ਫਰਕ ਨਹੀਂ, ਨਾ ਹੈ ਮਾਨ ਅਪਮਾਨਾ, ਇਸ ਅਵਸਥਾ ਦੇ ਮਾਲਕ ਹਨ। ਨਹਿ ਮਨ ਕੁਛ ਸ੍ਰੀ ਤੇਗ ਬਹਾਦਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਾਲੇ ਗੁਰਤਾ ਗੱਦੀ ਤੇ ਤਾਂ ਨਹੀਂ ਬਿਰਾਜੇ। 7ਵੇਂ ਪਾਤਸ਼ਾਹ ਜੀ ਹਨ, ਫਿਰ 8ਵੇਂ ਪਾਤਸ਼ਾਹ ਜੀ ਆਉਣਗੇ, ਫਿਰ ਉਹਨਾਂ ਤੋਂ ਬਾਅਦ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਮਹਾਨ ਵਿਰਾਸਤ ਨੂੰ ਪ੍ਰਾਪਤ ਕਰਨਾ ਹੈ। ਪਰ ਕਿਸੇ ਤਰ੍ਹਾਂ ਦਾ ਮਨ ਵਿੱਚ ਸ਼ੰਕਾ ਕੋਈ ਨਹੀਂ ਹੈ। ਇੱਕ ਰਸ ਬਿਰਤੀ ਅਨਾਦਰ ਸਾਦਰ, ਇੱਕ ਰਸ ਬਿਰਤੀ ਹੈ, ਨਾ ਆਦਰ ਦਾ ਤੇ ਨਾ ਅਨਾਦਰ ਦਾ ਉਹਨਾਂ ਨੂੰ ਕੋਈ ਬੋਧ ਹੈ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਦੇ ਕਰ ਬਰਸਾਰ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਇਸ ਪ੍ਰਕਾਰ ਸ੍ਰੀ ਸਤਿਗੁਰੂ ਦ્વੈ ਕਰ ਬਹੁਸਾਰ, ਬਹੁਤ ਸਾਰੇ ਬਚਨ ਮਹਾਰਾਜ ਜੀਆਂ ਨੇ ਕੀਤੇ ਹਨ। ਕੀ ਨਾ ਬਿਲੰਦ ਆਨੰਦ ਜੁਤ ਆਪਣੋ ਸਰਬ ਪਰਿਵਾਰ, ਸਾਰਾ ਪਰਿਵਾਰ ਮਹਾਰਾਜ ਜੀ ਨੇ ਕੱਲੇ ਕੱਲੇ ਮੈਂਬਰ ਦੀਆਂ ਝੋਲੀਆਂ ਬਰਕਤਾਂ ਨਾਲ ਭਰੀਆਂ। ਜੋ ਪਈ ਗੁਰ ਤਨ ਤਜਬੇ ਕੋ ਬਡਰੂਰਾ। ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਨੇ, ਗੁਰ ਤਨ ਤਜਬੇ ਕੋ ਬਡਰੂਰਾ। ਬੜਾ ਸ਼ੋਰ ਪਿਆ ਹੋਇਆ ਹੈ ਕਿ ਮਹਾਰਾਜ ਜੀ ਨੇ ਹੁਣ ਸਰੀਰ ਤਿਆਗ ਜਾਣਾ ਹੈ। ਮਿਲ ਮਿਲ ਕਰ ਹੈ ਬੈਠ ਬੋਠੋਰਾ। ਇਸ ਤਰ੍ਹਾਂ ਦੇ ਨਾਲ ਮਿਲ ਮਿਲ ਕੇ ਸਾਰੇ ਇੱਕ ਦੂਜੇ ਨਾਲ ਵਿਚਾਰ ਕਰਦੇ ਹਨ ਥਾਂ ਪਰ ਥਾਂ। ਆਪ ਅਛਤ ਹੀ ਸਭ ਸਮਝਾਏ। ਤੇ ਨਾਲੇ ਕਹਿੰਦੇ ਨੇ ਵੀ ਸਤਿਗੁਰੂ ਪਾਤਸ਼ਾਹ ਨੇ ਆਪਣੇ ਕਾਇਮ ਮੁਕਾਮ ਹੁੰਦਿਆਂ ਹੋਇਆ ਹੀ ਸਾਰੀ ਗੱਲ ਸਮਝਾ ਦਿੱਤੀ ਹੈ। ਜਥਾ ਜੋਗ ਪਦ ਕੋ ਗਨ ਪਾਏ, ਤੇ ਜਥਾ ਜੋਗ ਹਰ ਇੱਕ ਨੂੰ ਪਦ ਮਾਣ ਸਨਮਾਨ ਬਖਸ਼ਿਆ ਹੈ। ਨਿਦਾ ਸਾਂਤ ਬਰਲੇ ਕਰ ਹੁਆ। ਤੇ ਸਾਰਿਆਂ ਦਾ ਹਿਰਦਾ ਮਹਾਰਾਜ ਜੀ ਦੇ ਕੋਲੋਂ ਵਰਦਾਨ ਲੈ ਕੇ ਆਨੰਦਿਤ ਹੈ। ਤਉ ਚਲਨ ਗੁਰ ਕੋ ਢਿਗ ਜੋਵਾ। ਪਰ ਬਾਵਜੂਦ ਇਹਦੇ ਮਨ ਕੁੰਠਿਤ ਹੈ, ਕਿਉਂਕਿ ਜਾਣਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲਾਣਾ ਕਰ ਜਾਣਾ ਹੈ। ਪਰਿਓ ਸਰਬ ਪਰਿਵਾਰ ਖਬਾਰੂ। ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ ਹੈ ਕਿ ਪਰਿਓ ਸਭ ਪਰਿਵਾਰ ਖਬਾਰੂ। ਖਬਾਰੂ ਦਾ ਭਾਵ ਹੈ ਕਿ ਸਾਰਾ ਪਰਿਵਾਰ ਜਿਹੜਾ ਹੈ ਉਹ ਸੋਭ ਵਿੱਚ ਹੈਗਾ ਹੈ। ਸੋਚਤ ਸੋਚਣ ਸੰਕਟ ਭਾਰੂ। ਤੇ ਸਾਰਿਆਂ ਦੇ ਮਨ ਵਿੱਚ ਚਿੰਤਾ ਰੂਪੀ ਸੰਕਟ ਹੈ ਵੀ ਮਹਾਰਾਜ ਜੀ ਨੇ ਸਰੀਰ ਤਿਆਗ ਜਾਣਾ। ਵਾਕਈ ਸਾਧ ਸੰਗਤ ਅਸੀਂ ਤਾਂ ਹੁਣ ਸੁਣ ਰਹੇ ਹਾਂ ਸਦੀਆਂ ਬਾਅਦ, ਤੇ ਗਾਥਾ ਸੁਣ ਕੇ ਵੀ ਸਾਡਾ ਮਨ ਉਦਾਸ ਹੁੰਦਾ। ਤੇ ਜਿਨ੍ਹਾਂ ਦੇ ਪਰਿਵਾਰ ਵਿੱਚ ਸਾਹਿਬ ਪਿਤਾ ਰੂਪ ਵਿੱਚ ਹਨ, ਪਤੀ ਰੂਪ ਵਿੱਚ ਹਨ, ਉਹਨਾਂ ਮਾਤਾਵਾਂ ਨੂੰ, ਉਹਨਾਂ ਦੇ ਸਾਹਿਬਜ਼ਾਦਿਆਂ ਨੂੰ, ਪਰਿਵਾਰ ਨੂੰ ਕਿਤਨਾ ਕਸ਼ਟ ਹੋਇਆ ਹੋਵੇਗਾ ਜਦ ਮਹਾਰਾਜ ਜੀ ਦਾ ਜਾਣਾ ਸੁਣਿਆ ਹੋਵੇ। ਪਰ ਹੁਣ ਇਹ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਸਾਰੀ ਆਪ ਕੱਲ ਸਰਵਣ ਕਰੋਗੇ। ਕੱਲ ਨੂੰ ਭਾਈ ਰਣਜੀਤ ਸਿੰਘ ਜੀ ਦੇ ਮੰਗ ਅਨੁਸਾਰ ਮਹਾਨ ਪਰਉਪਕਾਰੀ ਸਾਰਾ ਜੀਵਨ ਗੁਰਮਤਿ ਮਰਿਆਦਾ ਉੱਪਰ ਪਹਿਰਾ ਦਿੰਦਿਆਂ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਪੂਰਨ ਤੌਰ ਤੇ ਸਮਰਪਿਤ ਹੋ ਕੇ ਹਰ ਪ੍ਰਕਾਰ ਨਾਲ ਕਾਇਮ ਰੱਖਣ ਵਾਲੇ ਹਰ ਦਿਲ ਅਜੀਜ਼ ਸ਼ਖਸੀਅਤ, ਜਿਨ੍ਹਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਕਰਨੀ ਦੇ ਸਾਹਮਣੇ ਮਸਤਕ ਝੁਕ ਜਾਂਦਾ ਹੈ। ਮਿੱਠ ਬੋਲੜੇ, ਨਿਡਰ ਤੇ ਹਰ ਤਰ੍ਹਾਂ ਨਾਲ ਤਖਤ ਸਾਹਿਬ ਜੀ ਦੀ ਸੇਵਾ ਵਿੱਚ ਸਮਰਪਿਤ ਰਹੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਰਾਜਿੰਦਰ ਸਿੰਘ ਜੀ ਦੀ, ਸਾਬਕਾ ਹੈਡ ਗ੍ਰੰਥੀ ਸ੍ਰੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸਾਬਕਾ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਉਹਨਾਂ ਦਾ ਬੇਅੰਤ ਹਿਰਦੇ ਵਿਦਾਰਕ
ਭੇਦ ਭਰੀਆਂ ਹਾਲਾਤਾਂ ਵਿੱਚ ਅਕਾਲ ਚਲਾਣਾ ਹੋ ਗਿਆ। ਆਪ ਸਾਰਿਆਂ ਨੂੰ ਭਲੀ ਭਾਂਤ ਪਤਾ ਹੈ। ਉਹਨਾਂ ਦੀ ਯਾਦ ਵਿੱਚ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਪਰਿਵਾਰ ਵੱਲੋਂ ਪ੍ਰਾਰੰਭ ਹੋਣੇ ਹਨ, ਜਿਨ੍ਹਾਂ ਦੀ ਸਮਾਪਤੀ 29 ਤਾਰੀਖ ਨੂੰ ਤਖਤ ਸਾਹਿਬ ਵਿਖੇ ਹੋਵੇਗੀ। ਬਣੇ ਹੋਏ ਸਮਾਗਮਾਂ ਅਨੁਸਾਰ ਆਪ ਸਾਰਿਆਂ ਨੇ ਜਿਸ ਤਰ੍ਹਾਂ ਨਾਲ ਸਮਾਗਮ ਹੋਣਗੇ ਹਾਜ਼ਰੀਆਂ ਭਰਨੀਆਂ ਹਨ। ਉਸ ਮਹਾਨ ਬੰਦਨੀਏ ਸ਼ਖਸੀਅਤ ਪਵਿੱਤਰ ਆਤਮਾ ਨੂੰ ਨਤਮਸਤਕ ਹੋਣਾ ਔਰ ਅਰਦਾਸ ਕਰਨੀ ਹੈ ਕਿ ਹੇ ਗੁਰੂ ਪਾਤਸ਼ਾਹ ਉਸ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਵਾਸਤੇ ਆਪਣੇ ਪਾਵਨ ਬਾਰਗਾਹ ਸੱਚਖੰਡ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਆਪਣੀ ਰਜ਼ਾ ਵਿੱਚ ਰਹਿਣ ਦੀ ਮਹਾਨ ਬਰਕਤ ਦੇ ਕੇ ਨਿਵਾਜਣ ਔਰ ਉਹਨਾਂ ਦੇ ਪਰਿਵਾਰ ਵਿੱਚ ਹਰ ਪ੍ਰਕਾਰ ਦੀਆਂ ਖੁਸ਼ੀਆਂ ਖੇੜੇ ਗੁਰੂ ਬਖਸ਼ ਕੇ ਨਿਵਾਜੇ। ਇਹਨਾਂ ਹਾਲਾਤਾਂ ਵਿੱਚ ਕੁਝ ਐਸੇ ਵੀ ਲੋਕ ਹਨ ਜਿਹੜੇ ਨਿਰਾਰਥਕ ਛਲ ਕਪਟ ਵਾਲੀਆਂ ਗੱਲਾਂ ਇੱਥੇ ਕਰ ਰਹੇ ਹਨ। ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਵੀ ਸਮਤ ਬਖਸ਼ਣ ਔਰ ਇਹ ਸਾਰਾ ਜਿਹੜਾ ਮਸਲਾ ਹੈ ਉਹ ਕਾਨੂੰਨ ਦੇ ਨਾਲ ਸਾਰੀ ਇਸ ਦੀ ਗਹਿਰੀ ਛਾਣਬੀਨ ਚੱਲ ਰਹੀ ਹੈ। ਉਸ ਪ੍ਰਤੀ ਸਾਡੇ ਹਾਈ ਲੈਵਲ 'ਤੇ ਕਾਨੂੰਨਵਿਦ ਜਿਹੜੇ ਨੇ, ਕਾਨੂੰਨਦਾਨ ਨੇ ਔਰ ਸ਼ਾਸਨ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਬਣਿਆ ਹੋਇਆ ਹੈ। ਜੋ ਵੀ ਦੋਸ਼ੀ ਹੋਵੇਗਾ ਉਹ ਸਾਰਾ ਸੰਗਤਾਂ ਦੇ ਸਾਹਮਣੇ ਆ ਜਾਏਗਾ, ਕੋਈ ਲੁਕਾਓ ਛਿਪਾਓ ਨਹੀਂ ਰਹੇਗਾ। ਅਤੇ ਜਿਹੜੇ ਲੋਕੀ ਖਾਮਖਾਹ ਸਾਜ਼ਿਸ਼ਾਂ ਰਚਦੇ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦਾ ਵੀ ਮੂੰਹ ਕਾਲਾ ਤੁਹਾਡੇ ਸਾਹਮਣੇ ਹੀ ਹੋ ਜਾਏਗਾ। ਜ਼ਿਆਦਾ ਸਮਾਂ ਨਹੀਂ ਲੱਗੇਗਾ। ਸਾਰੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੋ, ਮਹਾਰਾਜ ਇਸ ਦੁਖਦਾਈ ਸਮੇਂ ਵਿੱਚ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ। ਅਸੀਂ ਸਾਰੇ ਹਿਰਦੇ ਤੋਂ, ਰੋਮ ਰੋਮ ਤੋਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਔਰ ਹਰ ਤਰ੍ਹਾਂ ਦੀ ਜਾਂਚ ਵਿੱਚ ਉਹਨਾਂ ਦੇ ਨਾਲ ਸਹਾਈ ਹੋ ਰਹੇ ਹਾਂ। ਸਾਰਾ ਪ੍ਰਬੰਧ, ਸਾਰੇ ਪ੍ਰਬੰਧਕ ਸੱਜਣ ਵੀ ਕੱਲ੍ਹ ਤੱਕ ਪਹੁੰਚ ਜਾਣ ਦੀ ਉਮੀਦ ਹੈ। ਸਾਰੇ ਮਿਲ ਕੇ ਆਪ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਬਈ ਉਹਨਾਂ ਦੇ ਜਾਣ ਦੀ ਜੋ ਭੇਦ ਭਰੀ ਹਾਲਾਤ ਵਿੱਚ ਉਹਨਾਂ ਦਾ ਚਲਾਣਾ ਹੋਇਆ ਹੈ, ਉਹ ਸਾਰੀ ਜਾਂਚ ਪੜਤਾਲ ਵਿੱਚ ਆਪ ਸਾਰੇ ਵੀ ਸਹਿਯੋਗ ਦਿਓ, ਨਾਲੇ ਪ੍ਰਯਾਸ ਵੀ ਕਰੋ ਅਤੇ ਨਾਲੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਵੀ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਉਸ ਵਿਛੜੀ ਹੋਈ ਮਹਾਨ ਆਤਮਾ ਨੂੰ ਆਪਣੇ ਚਰਨਾਂ 'ਚ ਸਦਾ ਹੀ ਨਿਵਾਸ ਬਖਸ਼ਣ, ਪਰਿਵਾਰ ਨੂੰ ਆਪਣੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਬਲ ਬਖਸ਼ਿਸ਼ ਕਰਨ। ਕੱਲ੍ਹ ਨੂੰ ਉਹਨਾਂ ਦੀ ਯਾਦ ਵਿੱਚ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਵਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਆਓ ਸਾਰੇ ਮਿਲ ਕੇ 2 ਮਿੰਟ ਵਾਸਤੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ, ਅਰਦਾਸ ਹੋਵੇਗੀ। ਵਾਹਿਗੁਰੂ 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 ਜੀ ਕਾ ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।